ਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੰਚੋਂ ਸਿੱਖ ਪਰਵਾਰ ਕਰ ਸਤਿਗੁਰ ਤਨ ਤਿਸ ਕਾਲ। ਮੰਦ ਮੰਦ ਰੋਦਤ ਅਧਿਕ ਸੰਕਟ ਪਾਏ ਕਰਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਰਮ ਰੱਖਿਅਕ ਪਰਉਪਕਾਰ ਤਿਆਗ ਅਨੁਰਾਗ ਵੈਰਾਗ ਦੀ ਮੂਰਤ ਤੇਗ ਦੇ ਧਨੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ 54 ਛਤਰ ਤਖਤ ਦੇ ਮਾਲਕ ਰਾਜ ਆਨ ਰਾਜ ਪਾਨ ਆਨ ਪਾਨ ਦੇਵਾਨ ਦੇਵ ਉਪਮਾ ਮਹਾਨ ਗੁਰਤਾ ਗਦੀ ਤੇ ਬਿਰਾਜਮਾਨ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਿਛਲੇ ਪੈਰ ਦੇ ਸਜੇ ਹੋਏ ਸੁੰਦਰ ਸਚਖੰਡ ਦੀਵਾਨਾਂ ਦੇ ਵਿੱਚ ਹਾਜ਼ਰੀਨ ਗੁਰੂ ਕੀ ਪਿਆਰੀ ਗੁਰੂ ਕੀ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ। ਵਡਭਾਗੇ ਹੋ ਜੋ ਆਪ ਜੀ ਨਿਤਾ ਪ੍ਰਤ ਗੁਰ ਚਰਨਾਂ ਦੇ ਵਿੱਚ ਜੁੜ ਕਰਕੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਨ ਸੁਨ ਹੋਵੈ ਪਰਮਗਤ ਮੇਰੀ। ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਸਰਵਨ ਕਰਦੇ ਹੋ ਤੇ ਨਾਲ ਹੀ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਨੂੰ ਸਰਵਨ ਕਰਕੇ ਜੀਵਨ ਦੀਆਂ ਘੜੀਆਂ ਸਵਾਸਾਂ ਨੂੰ ਸਫਲਿਆਂ ਬਣਾਉਣ ਦਾ ਯਤਨ ਕਰਦੇ ਹੋ। ਬੜੇ ਪ੍ਰੇਮ ਸਾਹਿਤ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀਆਂ ਨੇ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਸਰਵਨ ਕੀਤੇ ਹਨ। ਸਮਾਂ ਬਣਿਆ ਹੈ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਦਾ ਅਤੇ ਅੱਜ ਦਾ ਉਹ ਪਾਵਨ ਪਵਿੱਤਰ ਦਿਹਾੜਾ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ। ਬਾਲਾ ਪ੍ਰੀਤਮ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਵੀ ਆਪ ਸਮੁੱਚੀਆਂ ਸੰਗਤਾਂ ਗੁਰਚਰਨਾਂ ਵਿੱਚ ਜੁੜ ਕਰਕੇ ਬੜੀ ਸ਼ਰਧਾ ਬੜੀ ਭਾਵਨਾ ਨਾਲ ਮਨਾ ਰਹੇ ਹੋ। ਬਾਲਾ ਪ੍ਰੀਤਮ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀ ਆਪ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਅੱਜ ਦੇ ਦਿਨ 1656 ਦੇ ਵਿੱਚ ਪਿਤਾ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਾਤਾ ਧੰਨ ਮਾਤਾ ਕ੍ਰਿਸ਼ਨ ਕੌਰ ਜੀ ਤਿਨਾਂ ਦੇ ਗ੍ਰਹਿ ਵਿਖੇ ਸ਼ੀਸ਼ ਮਹਿਲ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਇਆ। ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਜੀ ਜਿਨ੍ਹਾਂ ਦੇ 2 ਸੁਪੁੱਤਰ ਸਨ। ਵੱਡੇ ਸਨ ਬਾਬਾ ਰਾਮ ਰਾਏ ਜੀ, ਛੋਟੇ ਸਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ।
ਜਦੋਂ ਔਰੰਗਜ਼ੇਬ ਨੇ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਜੀ ਨੂੰ ਦਿੱਲੀ ਬੁਲਾਉਣ ਵਾਸਤੇ ਸੱਦਾ ਭੇਜਿਆ ਤਾਂ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਜੀ ਆਪ ਨਹੀਂ ਗਏ। ਸਿੱਖ ਸੰਗਤਾਂ ਦੇ ਕਹਿਣ ਅਨੁਸਾਰ ਬਾਬਾ ਰਾਮ ਰਾਏ ਜੀ ਨੂੰ ਦਿੱਲੀ ਭੇਜਣਾ ਕੀਤਾ ਤੇ ਔਰੰਗਜ਼ੇਬ ਦੇ ਕੋਲ ਜਾ ਕੇ ਜਿੱਥੇ ਬਾਬਾ ਰਾਮ ਰਾਏ ਜੀ ਨੂੰ ਗੁਰੂ ਸਾਹਿਬ ਜੀ ਨੇ ਕਹਿ ਕੇ ਭੇਜਿਆ ਸੀ ਕਿ ਰਾਮ ਰਾਏ ਤੇਰੀ ਰਸਨਾ ਤੇ ਗੁਰੂ ਨਾਨਕ ਸਾਹਿਬ ਦਾ ਵਾਸ ਹੋਵੇਗਾ, ਜੋ ਬਚਨ ਕਹੇਗਾ ਉਹ ਸਤ ਹੋਣਗੇ। ਤੇ ਜਦੋਂ ਦਿੱਲੀ ਪਹੁੰਚਿਆ ਜਿੱਥੇ ਔਰੰਗਜ਼ੇਬ ਨੂੰ ਖੁਸ਼ ਕਰਨ ਦੇ ਲਈ ਬੇਅੰਤ ਪ੍ਰਕਾਰ ਦੀਆਂ ਕਰਾਮਾਤਾਂ ਵਿਖਾਈਆਂ ਤੇ ਜਦੋਂ ਕਾਜ਼ੀ ਮੌਲਾਨਿਆਂ ਨੇ ਕਿਹਾ ਕਿ ਇਹਨੇ ਔਰੰਗਜ਼ੇਬ ਦਾ ਦਿਲ ਜਿੱਤ ਲਿਆ, ਔਰੰਗਜ਼ੇਬ ਬਾਬਾ ਰਾਮ ਰਾਏ ਤੋਂ ਬੜਾ ਖੁਸ਼ ਹੈ ਤੇ ਚਾਹੀਦਾ ਕਿ ਕਿਤੇ ਨਾ ਕਿਤੇ ਕੋਈ ਐਸਾ ਪ੍ਰਸ਼ਨ ਖੜਾ ਕਰੀਏ ਜਿਹਦੇ ਨਾਲ ਬਾਬਾ ਰਾਮ ਰਾਏ ਤੇ ਔਰੰਗਜ਼ੇਬ ਦੇ ਵਿੱਚ ਫਰਕ ਪਵੇ। ਪਾਵਨ ਸ਼ਬਦ ਮਿੱਟੀ ਮੁਸਲਮਾਨ ਕੀ ਪੀੜਾ ਪਈ ਕੁਮਿਹਾਰ, ਇਹਦੇ ਅਰਥ ਜਿਹੜਾ ਉਹ ਕਰਨ ਵਾਸਤੇ ਪੁੱਛਣ ਵਾਸਤੇ ਔਰੰਗਜ਼ੇਬ ਨੂੰ ਕਿਹਾ ਤੇ ਜਦੋਂ ਔਰੰਗਜ਼ੇਬ ਨੇ ਇਹਦੇ ਅਰਥ ਪੁੱਛੇ ਤੇ ਬਾਬਾ ਰਾਮ ਰਾਏ ਕਹਿਣ ਲੱਗੇ ਕਿ ਔਰੰਗਜ਼ੇਬ ਨਾਲ ਬੜੀ ਬਾਣ ਆਈ ਹੈ, ਸਾਂਝ ਬਣੀ ਹੈ, ਇਹ ਨਾ ਹੋਵੇ ਕਿਤੇ ਔਰੰਗਜ਼ੇਬ ਥੜਕ ਜਾਵੇ। ਇਹਨਾਂ ਨੇ ਅਰਥ ਉਲਟਾ ਦਿੱਤੇ, ਮੁਸਲਮਾਨ ਮਿੱਟੀ ਮੁਸਲਮਾਨ ਕੀ ਦੀ ਥਾਂ ਮਿੱਟੀ ਬੇਈਮਾਨ ਕੀ ਅਰਥ ਕਰਕੇ ਜਿਹੜਾ ਉਹ ਦੱਸਣਾ ਕੀਤੇ। ਇਧਰ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਜੀ ਨੂੰ ਪਤਾ ਚੱਲਿਆ ਤੇ ਆਪਣੇ ਪੁੱਤਰ ਨੂੰ ਕਹਿ ਦਿੱਤਾ ਕਿ ਸਾਡੇ ਮੱਥੇ ਨਹੀਂ ਲੱਗਣਾ। ਤੂੰ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਅਰਥ ਦਾ ਅਨਰਥ ਕੀਤਾ, ਇਸ ਕਰਕੇ ਸਾਡੇ ਮੱਥੇ ਨਹੀਂ ਲੱਗਣਾ, ਜਿੱਧਰ ਮੂੰਹ ਹੋਵੇ ਉਧਰ ਚਲਾ ਜਾਵੇ। ਛੇਕ ਦਿੱਤਾ। ਸਮਾਂ ਪਾ ਕੇ ਜਦੋਂ ਸੱਚਖੰਡ ਪਿਆਨਾ ਕਰਨ ਦਾ ਸਮਾਂ ਨੇੜੇ ਜਾਣਿਆ, ਗੁਰੂ ਸਾਹਿਬ ਜੀ ਨੇ ਵਿਚਾਰ ਕੀਤੀ। ਗੁਰਤਾ ਗੱਦੀ ਦੀ ਬਖਸ਼ਿਸ਼ ਜਦੋਂ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਕਰਨ ਦਾ ਮਨ ਬਣਾਇਆ, ਕਈਆਂ ਦੇ ਮਨ ਅੰਦਰ ਸ਼ੰਕਾ ਪੈਦਾ ਹੋਈ ਕਿ ਇੰਨੀ ਛੋਟੀ ਉਮਰ ਦਾ ਗੁਰੂ ਕੌਮ ਦੀ ਚੰਗੀ ਤਰ੍ਹਾਂ ਅਗਵਾਈ ਕਰ ਸਕਦਾ। ਜ਼ਰੂਰੀ ਨਹੀਂ ਕਿ ਜਿਹੜੀਆਂ ਵਸਤੂਆਂ ਬਹੁਤ ਵੱਡੀਆਂ ਭਾਰੀ ਹੋਣ ਉਹਨਾਂ ਦੀ ਕੀਮਤ ਜ਼ਿਆਦਾ ਹੋਵੇ। ਜਿਹੜੇ ਮਨੁੱਖ ਉਮਰ ਕਰਕੇ ਵੱਡੇ ਹੋਣ, ਸਰੀਰ ਕਰਕੇ ਮੋਟੇ ਤਗੜੇ ਹੋਣ, ਜ਼ਰੂਰੀ ਨਹੀਂ ਉਹ ਬਹੁਤ ਸਿਆਣੇ ਹੋਣ। ਦੁਨੀਆ ਦੇ ਵਿੱਚ ਆਪਾਂ ਵੇਖਦੇ ਆ ਹੀਰਾ, ਜਿੱਥੇ ਦੁਨੀਆ ਦੇ ਵਿੱਚ ਧਨ ਦੇ ਬਹੁਤ ਰੂਪ ਹਨ, ਉਹਨਾਂ ਸਾਰੇ ਰੂਪਾਂ ਦੇ ਵਿੱਚੋਂ ਹੀਰਾ ਭਾਵੇਂ ਵੇਖਣ ਵਿੱਚ ਆਕਾਰ ਵਿੱਚ ਛੋਟਾ ਹੈ, ਪਰ ਹੀਰੇ ਦਾ ਮੁੱਲ ਸਭ ਤੋਂ ਜ਼ਿਆਦਾ ਹੈ। ਹੀਰਾ ਬੇਸ਼ੁਮਾਰ ਬੇਕੀਮਤੀ ਹੈ। ਹੀਰੇ ਦੀ ਕੀਮਤ ਕੋਈ ਬਿਆਨ ਨਹੀਂ ਕਰ ਸਕਦਾ। ਜਿਵੇਂ ਬੋਹੜ ਦਾ ਬੀਜ ਬਹੁਤ ਛੋਟਾ ਹੁੰਦਾ ਹੈ, ਪਰ ਉਹ ਛੋਟੇ ਜਿਹੇ ਬੀਜ ਦੇ ਵਿੱਚੋਂ ਬਹੁਤ ਵੱਡਾ ਅਨੰਤ ਜਿਹੜਾ ਹੈ, ਬਹੁਤ ਵੱਡਾ ਦਰਖਤ ਬੋਹੜ ਦਾ ਪੈਦਾ ਹੁੰਦਾ ਹੈ। ਦੂਸਰਾ, ਸਿੱਖ ਜਗਤ ਦੇ ਅੰਦਰ ਵਿਚਾਰਨ ਵਾਲੀ ਗੱਲ ਇਹ ਹੈ, ਸਿੱਖ ਜਗਤ ਦੇ ਅੰਦਰ ਸਰੀਰ ਗੁਰੂ ਨਹੀਂ। ਸਿੱਖ ਜਗਤ ਦੇ ਅੰਦਰ ਜੋਤ ਗੁਰੂ ਹੈ। ਜੋਤ ਕੀ ਹੈ? ਜੋਤ ਸ਼ਬਦ। ਜਿਸ ਸ਼ਬਦ ਗੁਰੂ ਦੇ ਲੜ ਤੁਹਾਨੂੰ ਸਾਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਲਾਉਣਾ ਕੀਤਾ, ਸ਼ਬਦ ਗੁਰੂ ਸੁਰਤ ਤੁਨ ਚੇਲਾ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਲੇ। ਜੋਤ ਸ਼ਬਦ ਹੈ। ਜੇਕਰ ਵੇਖਣ ਵਿਚਾਰੀਏ ਤਾਂ ਜਦੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸੱਚਖੰਡ ਪਿਆਨਾ ਕੀਤੇ ਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀ ਉਮਰ ਵੀ ਜਿਹੜੀ ਹੈ ਉਹ ਬਾਲਪਨ ਵਾਲੀ ਹੈ। ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਹਿੰਦੂ ਧਰਮ ਨੂੰ ਬਚਾਉਣ ਦੇ ਲਈ, ਭਾਰਤ ਦੀ ਸੰਸਕ੍ਰਿਤੀ ਨੂੰ ਬਚਾਉਣ ਦੇ ਲਈ ਦਿੱਲੀ ਵਿਖੇ ਸ਼ਹਾਦਤ ਦਿੱਤੀ, ਉਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੀ ਉਮਰ ਵੀ ਤਕਰੀਬਨ 9 ਸਾਲ ਦੀ ਹੈ।
ਗੁਰੂ ਅੰਗਦ ਦੇਵ ਪਾਤਸ਼ਾਹ ਜੀ, ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਹਰਿਰਾਏ ਸਾਹਿਬ, ਇਹਨਾਂ ਨੂੰ ਭਰ ਜਵਾਨੀ ਦੇ ਵਿੱਚ ਬਖਸ਼ਿਸ਼ ਹੋਈ। ਉੱਥੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਉਮਰ ਬਜ਼ੁਰਗੀ ਵਾਲੀ ਹੈ। ਇੱਥੇ ਉਮਰ ਦਾ ਤਕਾਜ਼ਾ ਨਹੀਂ, ਇਹ ਪ੍ਰਭੂ ਦੀ ਮਿਹਰ ਹੈ। ਪਰਮੇਸ਼ਰ ਚਾਹੇ ਤਾਂ ਬਹੁਤ ਛੋਟੇ ਤੇ ਆਪਣੀ ਮਿਹਰ ਕਰ ਦੇਵੇ ਤੇ ਉਹਦੇ ਵਿੱਚ ਬਜ਼ੁਰਗਾਂ ਵਾਲੀ ਸਿਆਣਪ ਭਰ ਦਿੰਦਾ ਹੈ। ਪਰਮੇਸ਼ਰ ਚਾਹੇ ਤਾਂ ਬੁੱਢਿਆਂ ਦੇ ਬਜ਼ੁਰਗਾਂ ਦੇ ਵਿੱਚ ਐਸਾ ਜਵਾਨਾਂ ਵਾਲਾ ਬਲ ਭਰ ਦਿੰਦਾ ਹੈ। ਉਹਦੀ ਮਿਹਰ ਦੀ ਗੱਲ ਹੈ, ਉਹਦੀ ਨਜ਼ਰ ਦੀ ਗੱਲ ਹੈ। ਵਿਚਾਰੀਏ ਤਾਂ ਭਗਤ ਧਰੋ ਜੀ ਦੀ ਉਮਰ ਕਿੰਨੀ ਕੁ ਸੀ? ਬਹੁਤ ਛੋਟੀ ਉਮਰ ਹੈ, ਬਚਪਨ ਹੈ, ਬਾਲਪਨ ਹੈ। ਪ੍ਰਹਿਲਾਦ ਜੀ ਦੀ ਉਮਰ ਕਿੰਨੀ ਸੀ? ਬਹੁਤ ਛੋਟੀ, ਬਚਪਨ ਹੈ। ਔਰ ਇਹਨਾਂ ਨੇ ਉਸ ਪ੍ਰਭੂ ਦੀ ਇਬਾਦਤ ਕਰਕੇ, ਭਗਤੀ ਕਰਕੇ ਜਿੱਥੇ ਪ੍ਰਭੂ ਦੀ ਪ੍ਰਾਪਤੀ ਕੀਤੀ, ਉੱਥੇ ਅਟਲ ਅਮਰ ਪਦਵੀ ਨੂੰ ਪ੍ਰਾਪਤ ਹੋਏ। ਭਗਤ ਕਬੀਰ ਜੀ, ਜਿਨ੍ਹਾਂ ਦੀ ਛੋਟੀ ਉਮਰ ਹੈ, ਛੋਟੀ ਉਮਰ ਦੇ ਵਿੱਚ ਬ੍ਰਹਮ ਗਿਆਨੀ ਦੀ ਅਵਸਥਾ ਵਾਲੇ ਸਨ। ਬਾਬਾ ਬੁੱਢਾ ਜੀ ਦੀ ਉਮਰ ਕਿੰਨੀ ਸੀ? ਤਕਰੀਬਨ 12 ਸਾਲ ਦੀ। ਗੁਰੂ ਨਾਨਕ ਸਾਹਿਬ ਪਾਤਸ਼ਾਹ ਕੋਲ ਆਏ, ਕਹਿਣ ਲੱਗੇ ਕਿਰਪਾ ਕਰੋ, ਜਨਮ ਮਰਨ ਤੋਂ ਮੁਕਤ ਕਰ ਦਿਓ, ਆਵਾ ਗਾਉਣ ਦੇ ਚੱਕਰ ਤੋਂ ਮੁਕਤ ਕਰ ਦਿਓ। ਨਾ ਮਾਤਾ ਪਿਤਾ ਨੇ ਬੂੜਾ ਰੱਖਿਆ ਸੀ। ਹੁਣ ਇਹ ਗੱਲਾਂ ਬਚਪਨ ਵਿੱਚ, ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿਣ ਲੱਗੇ ਉਮਰ ਬੜੀ ਤੇਰੀ ਛੋਟੀ ਹੈ, ਗੱਲਾਂ ਤੂੰ ਬੁੱਢਿਆਂ ਵਾਲੀਆਂ ਕਰਦਾ ਹੈ। ਜਿੱਥੋਂ ਨਾਮ ਬਾਬਾ ਬੁੱਢਾ ਜੀ ਪ੍ਰਚਲਿਤ ਹੋਇਆ। ਸੇਖ ਸਾਧੇ ਤੁਰੇ ਜਾ ਰਹੇ ਨੇ, ਚਿਹਰੇ ਦੇ ਉੱਤੇ ਕੁਝ ਚਿੰਤਾ ਹੈ, ਕੁਝ ਸੋਚ ਦੇ ਵਿੱਚ ਡੁੱਬੇ ਤੁਰੇ ਜਾ ਰਹੇ ਨੇ। ਤੁਰੇ ਜਾਂਦਿਆਂ ਨੂੰ ਇੱਕ ਬੱਚਾ ਮਿਲਿਆ, ਕਹਿਣ ਲੱਗਾ ਉਹ ਬੱਚਾ, ਬਾਬਾ ਤੂੰ ਖੁਸ਼ ਨਜ਼ਰ ਨਹੀਂ ਆ ਰਿਹਾ, ਲੱਗਦਾ ਕਿਸੇ ਡੂੰਘੀ ਸੋਚ ਵਿੱਚ ਹੈ, ਕੋਈ ਚਿੰਤਾ ਹੈ। ਸੇਖ ਸਾਧੀ ਕਹਿਣ ਲੱਗਾ ਬੱਚੇ ਨੂੰ, ਬੇਟਾ ਮੇਰੇ ਕੋਲ ਮੇਰਾ ਇੱਕ ਗਧਾ, ਇੱਕ ਮੁਰਗਾ ਤੇ ਤੀਸਰਾ ਮੈਂ ਆਪ ਆ, ਤਿੰਨੋਂ ਅਸੀਂ ਭੁੱਖੇ ਆ ਤੇ ਮੇਰੇ ਕੋਲ 1 ਟਕਾ ਹੈ। ਹੁਣ ਸੋਚਦਾ 1 ਟਕੇ ਨਾਲ ਆਪ ਖਾਵਾਂ ਜਾਂ ਇਹਨਾਂ ਨੂੰ ਖਵਾਵਾਂ। ਬੱਚਾ ਬੜਾ ਸਿਆਣਾ ਸੀ, ਕਹਿਣ ਲੱਗਾ ਬਾਬਾ 1 ਟਕੇ ਦੇ ਹਦਵਾਣੇ ਖਰੀਦ, ਉਹਦੇ ਵਿੱਚੋਂ ਗੇਰੂ ਆਪ ਕੱਢ ਕੇ ਖਾ, ਬੀਜ ਆਪਣੇ ਮੁਰਗੇ ਨੂੰ ਪਾ ਦੇ ਤੇ ਛਿਲਕਾ ਆਪਣੇ ਗਧੇ ਨੂੰ ਪਾ ਦੇ, ਤੁਸੀਂ ਤਿੰਨੋਂ ਰੱਜ ਜਾਓਗੇ। ਤੇ ਸੇਖ ਸਾਧੀ ਨੇ ਉਸ ਧਰਤੀ ਨੂੰ ਸਿਜਦਾ ਕੀਤਾ ਸੀ। ਇੱਥੇ ਸਿਆਣੇ ਰਹਿੰਦੇ ਨੇ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਬਖਸ਼ਿਸ਼ ਹੋਈ, ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਔਰੰਗਜ਼ੇਬ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਇਹ ਤਾਕੀਦ ਕਰ ਗਏ ਸਨ ਕਿ ਮਲੇਸ਼ ਦੇ ਨਾ ਦਰਸ਼ਨ ਲੈਣੇ ਨੇ, ਨਾ ਦਰਸ਼ਨ ਦੇਣੇ ਨੇ। ਔਰੰਗਜ਼ੇਬ ਨੂੰ ਮੱਥੇ ਨਹੀਂ ਲਾਉਣਾ। ਹੁਣ ਇਧਰੋਂ ਦਿੱਲੀ ਵਾਸੀ ਉਹ ਵੀ ਬੜਾ ਯਤਨ ਕਰਦੇ ਗੁਰੂ ਸਾਹਿਬ ਜੀ ਦੇ ਦਰਸ਼ਨ ਹੋ ਜਾਣ। ਔਰੰਗਜ਼ੇਬ ਵੀ ਯਤਨ ਕਰਦਾ ਹੈ। ਰਾਜਾ ਜੈ ਸਿੰਘ ਸਵਾਈ ਦੀ ਡਿਊਟੀ ਲਾਈ ਕਿ ਕਿਸੇ ਤਰ੍ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਲਿਆਂਦਾ ਜਾਵੇ। ਰਾਜਾ ਜੈ ਸਿੰਘ ਸਵਾਈ ਗੁਰੂ ਘਰ ਦਾ ਸ਼ਰਧਾਲੂ ਸੀ, ਆਇਆ ਬੜੀ ਸ਼ਰਧਾ ਭਾਵਨਾ ਨਾਲ, ਬੜੀ ਨਿਮਰਤਾ ਨਾਲ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਦਿੱਲੀ ਚੱਲਣ ਵਾਸਤੇ। ਪ੍ਰੇਮ ਭਰੀ ਬੇਨਤੀ ਸੁਣ ਕੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਚਾਲਾ ਪਾਇਆ, ਤਿਆਰ ਹੋ ਕੇ ਕੀਰਤਪੁਰ ਸਾਹਿਬ ਤੋਂ ਚਲਦਿਆਂ ਜਦੋਂ ਅੰਬਾਲੇ ਦੇ ਕੋਲ ਪਹੁੰਚੇ, ਗੁਰਦੁਆਰਾ ਪੰਜੋਖਰਾ ਸਾਹਿਬ ਜੋ ਸਤਿਗੁਰੂ ਪਾਤਸ਼ਾਹ ਜੀ ਦਾ ਯਾਦਗਾਰੀ ਅਸਥਾਨ, ਜਿੱਥੇ ਆਪ ਸੰਗਤਾਂ ਅੱਜ ਵੀ ਦਰਸ਼ਨ ਕਰਦੇ ਹੋ, ਇਸ ਸਥਾਨ ਤੇ ਪਹੁੰਚੇ ਤੇ ਇੱਥੇ ਇੱਕ ਲਾਲ ਚੰਦ ਨਾਮੀ ਪੰਡਤ ਸੀ, ਜਿਹਨੂੰ ਆਪਣੀ ਵਿਦਿਆ ਦਾ ਬੜਾ ਹੰਕਾਰ ਸੀ। ਉਹ ਆਇਆ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦੇ ਕੋਲ ਆ ਕੇ ਕਹਿਣ ਲੱਗਾ ਕਿ ਤੁਸੀਂ ਆਪਣਾ ਨਾਮ ਹਰਿਕ੍ਰਿਸ਼ਨ ਰਖਾਇਆ ਹੈ, ਗੀਤਾ ਦੇ ਅਰਥ ਕਰਕੇ ਵਿਖਾਓ। ਤੇ ਇਹਨਾਂ ਵਿਦਿਆ ਦੇ ਜਿਹੜੇ ਹੰਕਾਰੀ ਸਨ, ਜਿਨ੍ਹਾਂ ਨੂੰ ਕੇਵਲ ਵਿਦਿਆ ਦੇ ਅਰਥਾਂ ਦਾ ਹੰਕਾਰ ਸੀ, ਉਹਨਾਂ ਨੇ ਦੁਨੀਆ ਦੇ ਪੱਲੇ ਵੀ ਹੰਕਾਰ ਹੀ ਪਾਇਆ, ਦੁਨੀਆ ਦਾ ਭਲਾ ਨਹੀਂ ਕੀਤਾ। ਤਾਂ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਸਮਰੱਥ ਸਤਿਗੁਰੂ ਪਿੰਗਲ ਪਰਬਤ ਪਾਰ ਪਰੇ ਖਲ ਚਤੁਰਬ ਕੀਤਾ, ਅੰਧਲੇ ਤ੍ਰਿ ਭਵਨ ਸੁਝਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ। ਗੁਰੂ ਸਾਹਿਬ ਜਿੱਤੇ ਨਜ਼ਰ ਕਰਦੇ ਨੇ, ਪਿੰਗਲੇ ਨੂੰ ਪਰਬਤ ਚੜਾ ਦਿੰਦੇ ਨੇ।
ਗੁਰੂ ਸਾਹਿਬ ਜਿਹਦੇ ਤੇ ਨਜ਼ਰ ਕਰਦੇ ਹਨ ਉਹ ਮੂਰਖਾਂ ਨੂੰ ਤਿੰਨ ਲੋਕਾਂ ਦੀ ਸੋਝੀ ਕਰਾ ਦਿੰਦੇ ਨੇ। ਸਮਰੱਥ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਨੇ ਛੱਜੂ ਝੀਵਰ ਨੂੰ ਬੁਲਾਇਆ, ਜਿਹੜਾ ਨਾ ਬੋਲ ਸਕਦਾ ਨਾ ਸੁਣ ਸਕਦਾ ਹੈ, ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਢੋਣ ਦਾ ਕੰਮ ਕਰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਆਪਣੀ ਛਟੀ ਉਹਦੇ ਸਿਰ ਤੇ ਰੱਖ ਕੇ ਉਹਦੇ ਕੋਲੋਂ ਗੀਤਾ ਦੇ ਅਰਥ ਕਰਵਾਏ। ਲਾਲ ਚੰਦ ਨਾਮੀ ਇਸ ਪੰਡਤ ਦਾ ਹੰਕਾਰ ਦੂਰ ਕੀਤਾ। ਇੱਥੋਂ ਚੱਲ ਕੇ ਸਤਿਗੁਰੂ ਪਾਤਸ਼ਾਹ ਜੀ ਦਿੱਲੀ ਪਹੁੰਚੇ, ਜਿੱਥੇ ਬੰਗਲਾ ਸਾਹਿਬ ਸਥਾਨ ਹੈ, ਰਾਜਾ ਜੈ ਸਿੰਘ ਸਵਾਈ ਦਾ ਬੰਗਲਾ ਸੀ। ਇੱਥੇ ਇਹਦੇ ਪਟਰਾਣੀ ਨੇ ਵੀ ਪ੍ਰੀਖਿਆ ਕਰਨੀ ਚਾਹੀ। ਗੋਲੀਆਂ ਵਾਲਾ ਵੇਸ ਬਣਾ ਕੇ ਗੋਲੀਆਂ ਦੀ ਲਾਈਨ ਵਿੱਚ ਬੈਠ ਗਈ ਤੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਅੰਤਰਜਾਮੀ ਸਤਿਗੁਰੂ ਪਾਤਸ਼ਾਹ ਜਾ ਕੇ ਰਾਣੀ ਦੀ ਗੋਦ ਵਿੱਚ ਬੈਠ ਗਏ ਤੇ ਕਹਿਣ ਲੱਗੇ ਕਿ ਪਿਛਲੇ ਕਰਮਾਂ ਕਰਕੇ, ਚੰਗੇ ਕਰਮ ਕਰਨ ਕਰਕੇ ਪਟਰਾਣੀ ਬਣੀ ਹੈ। ਜੇ ਇਸ ਜਨਮ ਵਿੱਚ ਪ੍ਰਭੂ ਦੀ ਇਬਾਦਤ ਭਗਤੀ ਸਿਮਰਨ ਨਾ ਕੀਤਾ ਤੇ ਅਗਲੇ ਜਨਮ ਵਿੱਚ ਗੋਲੀਆਂ ਵਾਲੀ ਲਾਈਨ ਵਿੱਚ ਬੈਠਣਾ ਪਵੇਗਾ। ਔਰੰਗਜ਼ੇਬ ਨੇ ਬੜਾ ਜ਼ੋਰ ਲਾਇਆ, ਕਿਸੇ ਤਰ੍ਹਾਂ ਮੈਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਦਰਸ਼ਨ ਦੇ ਦੇਣ, ਪਰ ਉਸ ਨੂੰ ਆਪਣੇ ਦਰਸ਼ਨ ਨਹੀਂ ਦਿੱਤੇ। ਇੱਥੇ ਉਸ ਸਮੇਂ ਭਿਆਨਕ ਬਿਮਾਰੀ, ਚੇਚਕ ਦੀ ਬਿਮਾਰੀ ਫੈਲੀ। ਉਸ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਸੰਸਾਰ ਦੇ ਵਿੱਚ ਆਉਂਦੇ ਨੇ, ਸੰਸਾਰ ਦੇ ਵਿਚਕਾਰ ਬੈਠ ਕੇ ਸੰਸਾਰ ਨੂੰ ਸੁੱਖ ਵੰਡਦੇ ਨੇ ਤੇ ਸੰਸਾਰ ਦੇ ਦੁੱਖ ਆਪਣੀ ਝੋਲੀ ਵਿੱਚ ਪਾ ਕੇ ਸੰਸਾਰ ਤੋਂ ਲਾਂਭੇ ਹੋ ਕੇ ਜਿਹੜਾ ਹੈ ਆਪਣਾ ਪੰਜ ਭੂਤਕ ਸਰੀਰ ਤਿਆਗ ਦਿੰਦੇ ਨੇ। ਉਸੇ ਤਰ੍ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਨੇ ਦਿੱਲੀ ਦੇ ਵਿਚਕਾਰ ਬੈਠ ਕੇ ਦਿੱਲੀ ਨਿਵਾਸੀਆਂ ਦਾ ਜਿੱਥੇ ਰੋਗ ਦੂਰ ਕੀਤਾ, ਤੰਦਰੁਸਤੀ ਬਖਸ਼ੀ, ਸੁਖ ਬਖਸ਼ਿਸ਼ ਕੀਤੇ, ਉੱਥੇ ਦਿੱਲੀ ਨਿਵਾਸੀਆਂ ਦਾ ਰੋਗ ਆਪਣੇ ਤਨ ਤੇ ਲੈ ਕੇ ਸ਼ਹਿਰ ਤੋਂ ਬਾਹਰ ਆ ਕੇ ਜਮਨਾ ਦੇ ਕਿਨਾਰੇ ਤੇ ਬਾਲਾ ਸਾਹਿਬ ਵਾਲੇ ਸਥਾਨ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਪੰਜ ਭੂਤਕ ਸਰੀਰ ਤਿਆਗਣ ਤੋਂ ਪਹਿਲਾਂ ਇਹ ਬਚਨ ਕਹੇ, ਬਾਬਾ ਬਸੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ। ਇਸ਼ਾਰਾ ਕੀਤਾ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵੱਲ ਕਿ ਅਗਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਹੋਣਗੇ। ਇਹ ਸਮਰੱਥ ਗੁਰੂ ਦੀ ਗੱਲ ਸੀ, ਇੱਥੇ ਉਮਰ ਦਾ ਤਕਾਜ਼ਾ ਨਹੀਂ। ਇਹ ਬਚਨ ਕਹਿ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਸੱਚਖੰਡ ਪਿਆਨਾ ਕੀਤਾ। ਐਸੇ ਅੰਤਰਜਾਮੀ, ਐਸੇ ਗੁਰਦੇਵ, ਪਰਉਪਕਾਰੀ, ਕਿਰਪਾਲੂ ਸਤਿਗੁਰੂ, ਦਿਨਾਂ ਦਾ ਦੁਖੀਆਂ ਦਾ ਦੁੱਖ ਹਰ ਲੈਣ ਵਾਲੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਆਪ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਸ਼ੇਰੇ ਹਰਿ ਕ੍ਰਿਸ਼ਨ ਸਤਿ ਸ੍ਰੀ ਅਕਾਲ। ਸ਼ੇਰੇ ਹਰਿ ਕ੍ਰਿਸ਼ਨ ਧਿਆਈਐ, ਸ਼ੇਰੇ ਹਰਿ ਕ੍ਰਿਸ਼ਨ ਧਿਆਈਐ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿਠੈ ਸਭ ਦੁਖ ਜਾਏ, ਜਿਸ ਡਿਠੈ ਸਭ ਦੁਖ ਜਾਏ, ਡਿੱਠੇ ਸਭ ਦੁਖ ਜਾਏ, ਜਿਸ ਡਿੱਠੇ ਸਭ ਦੁਖ ਜਾਏ। ਸੋ ਸਤਿਗੁਰੂ ਰਹਿਮਤ ਕਰਨ, ਸਭਨਾਂ ਤੇ ਨਜ਼ਰ ਕਰਨ, ਸਭਨਾਂ ਦੀ ਝੋਲੀ ਦੇ ਵਿੱਚ ਸੁਖ ਪਾਉਣ, ਦੁੱਖਾਂ ਦੀ ਨਿਵਰਤੀ। ਭਿਆਨਕ ਸਮਾਂ ਬਣਿਆ, ਇਹਦੇ ਵਿੱਚੋਂ ਆਪ ਹੱਥ ਦੇ ਕੇ ਸਭਨਾਂ ਦੀ ਰੱਖਿਆ ਕਰਨ। ਸੋ ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ। ਕੱਲ ਦੇ ਪ੍ਰਕਰਨ ਅੰਦਰ ਆਪ ਜੀਆਂ ਨੇ ਸਰਵਣ ਕੀਤਾ ਸੀ। ਚੰਦੂ ਨੇ ਬੜੇ ਯਤਨ ਕੀਤੇ, ਬਹੁਤ ਤਸੀਹੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਦੇਣਾ ਕੀਤੇ ਕਿ ਕਿਸੇ ਤਰ੍ਹਾਂ ਗੁਰੂ ਸਾਹਿਬ ਮੇਰੀ ਲੜਕੀ ਦਾ ਰਿਸ਼ਤਾ ਲੈਣਾ ਪ੍ਰਵਾਨ ਕਰ ਲੈਣ, ਮੰਨ ਜਾਣ। ਪਰ ਗੁਰੂ ਸਾਹਿਬ ਜੀ ਆਪਣੇ ਬਚਨ ਤੇ ਜਦੋਂ ਅਟਲ ਰਹੇ, ਇਹਦੇ ਦਿੱਤੇ ਹੋਏ ਦੁੱਖ ਦੇ ਤਸੀਹਿਆਂ ਦੀ ਪ੍ਰਵਾਹ ਨਹੀਂ ਕੀਤੀ, ਅਡੋਲ ਰਹੇ। ਤਾਂ ਹੁਣ ਚੰਦੂ ਨੇ ਇਹ ਕਿਹਾ, ਕਹਿਣ ਲੱਗਾ ਕਿ ਮੈਂ ਤੁਹਾਡਾ ਜਿਹੜਾ ਧਰਮ ਹੈ ਉਹ ਭ੍ਰਿਸ਼ਟ ਕਰਾਂਗਾ, ਤੁਹਾਡਾ ਧਰਮ ਖਤਮ ਕਰ ਦਿਆਂਗਾ, ਤੁਹਾਨੂੰ ਗਿੱਲੇ ਗਊ ਦੇ ਗਿੱਲੇ ਚਮੜੇ ਦੇ ਵਿੱਚ ਲਪੇਟ ਕੇ ਖਤਮ ਕਰਾਂਗਾ। ਇਸ ਤਰ੍ਹਾਂ ਦੇ ਜਦੋਂ ਬੋਲ ਕਹੇ, ਇਹਦੇ ਇਹ ਬੋਲ ਸੁਣ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਪ੍ਰਿਥੀ ਚੰਦ, ਅਸੀਂ ਰਾਵੀ ਦੇ ਜਲ ਨਾਲ ਇਸ਼ਨਾਨ ਕਰਨਾ ਚਾਹੁੰਦੇ ਹਾਂ, 5 ਸਿੱਖ ਸਾਡੇ ਨਾਲ ਜਾਣ ਦੀ ਤੂੰ ਇਹਨਾਂ ਨੂੰ ਆਗਿਆ ਦੇ। ਫਿਰ ਉਸ ਤੋਂ ਬਾਅਦ ਜਿਵੇਂ ਤੂੰ ਚਾਹੇ ਉਸੇ ਤਰ੍ਹਾਂ ਕਰ ਲਵੀਂ। ਚੰਦੂ ਮਾਣੀ ਮਨ ਅੰਦਰ ਖੁਸ਼ ਹੋਇਆ, ਕਹਿਣ ਲੱਗਾ ਕਿ ਹੁਣ ਲੱਗਦਾ ਹੈ ਡਰ ਗਏ ਨੇ, ਆਪਣਾ ਧਰਮ ਭ੍ਰਿਸ਼ਟ ਹੋਣ ਤੋਂ ਬਚਾਉਣ ਦੇ ਲਈ ਡਰ ਗਏ ਨੇ, ਹੁਣ ਮੰਨ ਜਾਣਗੇ।
ਆਗਿਆ ਦੇ ਦਿੱਤੀ, ਪੰਜਾਂ ਸਿੱਖਾਂ ਦੇ ਸਮੇਤ ਜਾਓ ਇਸ਼ਨਾਨ ਕਰਾਓ। 10 ਸਿਪਾਹੀ ਨਾਲ ਭੇਜੇ। ਰਾਵੀ ਦੇ ਜਲ ਨਾਲ ਗੁਰੂ ਸਾਹਿਬ ਜੀ ਨੇ ਇਸ਼ਨਾਨ ਕੀਤਾ। ਜਪ ਜੀ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਪਾਠ ਕੀਤਾ। ਪੰਜਾਂ ਸਿੱਖਾਂ ਨੇ ਵੀ ਇਸ਼ਨਾਨ ਕਰਕੇ ਬਾਣੀ ਸਰਵਣ ਕੀਤੀ। ਇੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਹਿਰਦੇ ਦਾ ਜੋ ਵਿਚਾਰ ਸੀ ਉਹ ਸਾਰਿਆਂ ਦੇ ਨਾਲ ਸਾਂਝਾ ਕੀਤਾ ਕਿ ਅਸੀਂ ਹੁਣ ਸੱਚਖੰਡ ਪਿਆਨਾ ਕਰ ਜਾਣਾ ਹੈ। ਪੰਜ ਭੂਤਕ ਸਰੀਰ ਦਾ ਤਿਆਗ ਕਰਕੇ ਸਾਡੇ ਮਗਰੋਂ ਵੈਰਾਗ ਨਹੀਂ ਕਰਨਾ, ਰੋਣਾ ਨਹੀਂ, ਸਾਡੇ ਸਰੀਰ ਨੂੰ ਜਲ ਪ੍ਰਵਾਹ ਕਰ ਦੇਣਾ, ਸ਼੍ਰੀ ਹਰਗੋਬਿੰਦ ਜੀ ਨਾਲ ਮਿਲਾਪ ਕਰਕੇ ਉਹਨਾਂ ਨੂੰ ਵੀ ਧੀਰਜ ਦੇਣਾ, ਬਾਣੀ ਪੜ੍ਹਨੀ। ਇੱਥੇ ਹੀ ਇੱਕ ਰਬਾਬੀ ਦੋਤਾਰਾ ਸਾਜ਼ ਲੈ ਕੇ ਪਹੁੰਚਿਆ, ਇਹਨੇ ਗੁਰਬਾਣੀ ਦਾ ਗਾਇਨ ਕੀਤਾ। ਸੋ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਪੰਜ ਭੂਤਕ ਸਰੀਰ ਦਾ ਤਿਆਗ ਕੀਤਾ। ਬੇਅੰਤ ਦੇਵਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਲੈਣ ਵਾਸਤੇ ਚੱਲ ਕੇ ਆਏ। ਆਓ ਇੱਥੋਂ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੰਚੋਂ ਸਿੱਖ ਪਰਵਾਰ ਕਰ, ਸਤਿਗੁਰ ਤਨ ਤਿਸ ਕਾਲ। ਜਿਸ ਵਕਤ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਸ ਸਰੀਰ ਦਾ ਤਿਆਗ ਕੀਤਾ, ਸੱਚਖੰਡ ਪਿਆਨਾ ਕੀਤਾ, ਇਹ ਪੰਜੋ ਸਿੱਖ ਸਤਿਗੁਰੂ ਪਾਤਸ਼ਾਹ ਜੀ ਦੇ ਸਰੀਰ ਦੇ ਆਲੇ ਦੁਆਲੇ ਮਨ ਅੰਦਰ ਵੈਰਾਗ ਲੈ ਕੇ ਖੜੇ ਹਨ। ਮੰਦ ਮੰਦ ਰੋਧ ਤੇ ਅਧਿਕ, ਸੰਕਟ ਪਾਏ ਕਰਾਲ। ਆਪਣੇ ਪਿਆਰੇ ਪ੍ਰੀਤਮ ਦਾ ਵਿਛੋੜਾ ਸਹਿਣ ਨਹੀਂ ਕੀਤਾ ਜਾ ਰਿਹਾ। ਗੁਰੂ ਸਾਹਿਬ ਜੀ ਦੇ ਸੰਸਾਰ ਤੋਂ ਸੱਚਖੰਡ ਪਿਆਨਾ ਕਰਨ ਦੇ ਕਾਰਨ, ਪਿਆਰੇ ਪ੍ਰੀਤਮ ਦੇ ਜਾਣ ਦੇ ਕਾਰਨ ਮਨਾਂ ਅੰਦਰ ਭਾਰੀ ਵੈਰਾਗ ਹੈ। ਗੁਰੂ ਸਾਹਿਬ ਦਾ ਹੁਕਮ ਵੀ ਹੈ ਕਿ ਰੋਣਾ ਨਹੀਂ, ਉਹਨੂੰ ਬਚਨ ਵੀ ਹੈ ਪਰ ਰੋਏ ਬਿਨਾ ਰਿਹਾ ਵੀ ਨਹੀਂ ਜਾ ਰਿਹਾ। ਮਨ ਅੰਦਰ ਭਾਰੀ ਵੈਰਾਗ ਹੈ। ਵੈਰਾਗ ਦੇ ਕਾਰਨ ਹੌਲੀ ਹੌਲੀ ਜਿਹੜਾ ਉਹ ਨੇਤਰਾਂ ਦੇ ਵਿੱਚੋਂ ਹੰਝੂ ਜਿਹੜੇ ਉਹ ਵਹਾ ਰਹੇ ਹਨ। ਚੌਪਈ ਕੈ ਜੀਠਾ ਵਡ ਹੰਸ ਗਾਵੋ। ਤੇ ਜਦੋਂ ਇਸ ਪ੍ਰਕਾਰ ਦੇ ਨਾਲ ਮਨ ਵੈਰਾਗ ਵਿੱਚ ਪਿਆਰੇ ਪ੍ਰੀਤਮ ਦੇ ਜਾਣ ਦੇ ਕਾਰਨ ਮਨ ਵੈਰਾਗੀ ਹੋਇਆ, ਯਤਨ ਕਰਨ ਦੇ ਬਾਵਜੂਦ ਵੀ ਜਿਹੜੇ ਹੰਝੂ ਨੇ ਉਹ ਨੇਤਰਾਂ ਦੇ ਵਿੱਚੋਂ ਪਰਲ ਪਰਲ ਵਹਿ ਰਹੇ ਨੇ। ਤੇ ਭਾਈ ਜੇਠਾ ਜੀ ਕਹਿਣ ਲੱਗੇ, ਵਡਹੰਸ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਕੀਤੀ ਉਚਾਰਨ ਕੀਤੀ ਹੋਈ ਬਾਣੀ ਗਾਵੋ। ਵਡਹੰਸ ਰਾਗ ਅੰਦਰ 578 ਤੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਅਲਾਨੀਆਂ ਦੇ ਸਿਰਲੇਖ ਹੇਠ ਬਾਣੀ ਉਚਾਰਨ ਕੀਤੀ, ਜਿਸ ਵਿੱਚ 5 ਸ਼ਬਦ ਗੁਰੂ ਸਾਹਿਬ ਜੀ ਨੇ ਉਚਾਰਨ ਕੀਤੇ। ਕਿਉਂਕਿ ਉਸ ਵਕਤ ਸਮੇਂ ਦੇ ਹਾਲਾਤ ਐਸੇ ਸਨ, ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਉਹਦੀ ਉਮਰ ਦੇ ਮੁਤਾਬਕ, ਜੇ ਛੋਟੀ ਉਮਰ ਦਾ ਬੱਚਾ ਚੜ੍ਹਾਈ ਕਰਦਾ ਤੇ ਉਸ ਦੇ ਉਮਰ ਦੇ ਮੁਤਾਬਕ ਜਿਹੜੇ ਸਨ ਉਹ ਵੈਣ ਪਾਏ ਜਾਂਦੇ। ਗੀਤ ਕਾਵ ਦੇ ਰੂਪ ਵਿੱਚ ਜਿਹੜੇ ਸਨ ਉਹ ਸਿਆਣੀਆਂ ਬਜ਼ੁਰਗ ਔਰਤਾਂ ਵੈਣ ਪਾਉਂਦੀਆਂ, ਰੋਂਦੀਆਂ, ਕਰਲਾਉਂਦੀਆਂ। ਜੇ ਕੋਈ ਜਵਾਨੀ ਦੀ ਉਮਰ ਵਿੱਚ ਚੜ੍ਹਾਈ ਕਰਦਾ ਤਾਂ ਉਹਦੀ ਉਮਰ ਦੇ ਮੁਤਾਬਕ ਜਿਹੜਾ ਸੀ ਉਹ ਵੈਰਾਗ ਕਰਕੇ ਉਹ ਵੈਣ ਪਾਏ ਜਾਂਦੇ, ਵੈਰਾਗਮਈ ਮਾਹੌਲ ਬਣਾਇਆ ਜਾਂਦਾ। ਜੇ ਕੋਈ ਬਜ਼ੁਰਗ ਚੜ੍ਹਾਈ ਕਰ ਜਾਂਦਾ ਤਾਂ ਉਸ ਸਮੇਂ ਉਸ ਮੁਤਾਬਕ ਜਿਹੜਾ ਹੈ ਉਹ ਇਸ ਪ੍ਰਕਾਰ ਦੇ ਨਾਲ ਵੈਣ ਪਾਏ ਜਾਂਦੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਇਹ ਲੋਕਕ ਰੀਤੀਆਂ ਵੇਖੀਆਂ ਕਿ ਇਹ ਸੰਸਾਰ ਦੇ ਲੋਕ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਭਾਣੇ ਨੂੰ ਮੰਨਣਾ ਨਹੀਂ ਆ ਰਿਹਾ, ਉਹਦੇ ਭਾਣੇ ਤੋਂ, ਉਹਦੀ ਰਜ਼ਾ ਤੋਂ ਉਲਟ ਜਾ ਕੇ ਇਸ ਤਰ੍ਹਾਂ ਦੇ ਨਾਲ ਵਿਰਲਾਪ ਕਰਦੇ, ਰੋਂਦੇ, ਕਰਲਾਉਂਦੇ, ਆਪਣੇ ਦੁੱਖ, ਆਪਣੇ ਤਨ ਨੂੰ ਦੁੱਖ ਦਿੰਦੇ ਨੇ। ਤਾਂ ਇਹਨਾਂ ਨੇ ਸਤਿਗੁਰੂ ਪਾਤਸ਼ਾਹ ਜੀ ਨੇ ਉਹ ਮਾਰਗ ਵਿਖਾਉਂਦੇ ਆ। ਸਤਿਗੁਰੂ ਪਾਤਸ਼ਾਹ ਜੀ ਨੇ ਵਡਹੰਸ ਰਾਗ ਦੇ ਅੰਦਰ ਅਲਾਨੀਆਂ ਸਿਰਲੇਖ ਹੇਠ ਬਾਣੀ ਉਚਾਰਨ ਕੀਤੀ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ, ਮਰਨ ਮੁਨਸਾ ਸੂਰਿਆ ਹੱਕ ਹੈ, ਜੇ ਹੋਏ ਮਰਨ ਪਰਵਾਨੋ, ਸੂਰੇ ਸਹੀ ਆਗੇ ਆਖੀਆਂ, ਦਰਗਾਹ ਪਾਵੈ ਸਾਚੀ ਮਾਨੋ। ਉਹ ਅਸਲ ਸੂਰਮੇ ਨੇ ਜਿਨ੍ਹਾਂ ਦਾ ਮਰਨਾ ਔਰ ਦਰਗਾਹ ਵਿੱਚ ਪ੍ਰਵਾਨ ਹੋ ਜਾਂਦਾ ਹੈ। ਉਹ ਵਡਹੰਸ ਰਾਗ ਦੀ ਬਾਣੀ ਭਾਈ ਜੇਠਾ ਜੀ ਕਹਿਣ ਲੱਗੇ ਕਿ ਵਡਹੰਸ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਮਿਲ ਕਰਕੇ ਗਾਵੋ।
ਗੁਰ ਪਰਲੋਕ ਪਾ ਸ਼ਬਦ ਸੁਨਾਵੋ। ਗੁਰੂ ਸਾਹਿਬ ਜੀ ਪਰਲੋਕ ਗਮਨ ਕਰ ਗਏ ਨੇ, ਇਸ ਕਰਕੇ ਗੁਰਬਾਣੀ ਦੇ ਸ਼ਬਦ ਸੁਣਾਏ ਜਾਣ। ਕਾਰਾਗ੍ਰਹਿ ਥਲ ਪਾਪੀ ਬੈਸੇ। ਹੁਣ ਇਧਰ ਇਹਨਾਂ ਪੰਜਾਂ ਸਿੱਖਾਂ ਦੇ ਮਨ ਵੈਰਾਗ ਨਾਲ ਭਰੇ ਇਹ ਬਾਣੀ ਦਾ ਗਾਇਨ ਕਰ ਰਹੇ ਨੇ। ਉਧਰ ਕਾਰਾਗ੍ਰਹਿ ਕੈਦ ਦੇ ਵਿੱਚ ਜਿੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਕੈਦ ਕੀਤਾ ਹੋਇਆ ਸੀ, ਉੱਥੇ ਚੰਦੂ ਪਾਪੀ ਬੈਠਾ ਹੋਇਆ ਸੋਚਦਾ ਹੈ, ਕਰਤ ਪ੍ਰਤੀਖਨ ਆਏ ਨ ਕੈਸੇ। ਹੁਣ ਉਡੀਕ ਰਿਹਾ ਹੈ ਕਿ ਕਿੰਨਾ ਸਮਾਂ ਹੋ ਗਿਆ, ਅਜੇ ਤੱਕ ਗੁਰੂ ਸਾਹਿਬ ਵਾਪਸ ਨਹੀਂ ਆਏ। ਵਾਪਸ ਆਉਣ ਦੇ ਇਸ ਪ੍ਰਕਾਰ ਦੇ ਨਾਲ ਸੋਚ ਰਿਹਾ, ਨਾਲੇ ਉਡੀਕ ਕਰ ਰਿਹਾ ਹੈ। ਬੜੀ ਦੇਰ ਲਾਗੀ ਨੇ ਆਏ। ਬਹੁਤ ਦੇਰ ਲੱਗ ਗਈ, ਅਜੇ ਤੱਕ ਗੁਰੂ ਸਾਹਿਬ ਇਸ਼ਨਾਨ ਕਰਕੇ ਵਾਪਸ ਨਹੀਂ ਮੁੜੇ। ਆਉਣ ਵਿੱਚ ਇੰਨੀ ਦੇਰੀ ਕਿਉਂ ਹੋਈ? ਕਹਾਂ ਭਈ ਗਤ ਲਖੀ ਨ ਜਾਏ। ਇੰਨੀ ਦੇਰੀ ਹੋਣ ਦਾ ਕਾਰਨ ਕੀ ਹੈ? ਜਾਣਿਆ ਨਹੀਂ ਜਾਂਦਾ। ਇਹ ਗੱਲ ਸਮਝ ਵਿੱਚ ਨਹੀਂ ਆਉਂਦੀ ਕਿ ਉਹਨਾਂ ਦੇ ਆਉਣ ਵਿੱਚ ਇੰਨੀ ਦੇਰੀ ਕਿਉਂ ਹੋਈ। ਇਤਨੇ ਮੈਂ ਉਤਲਾਵਤ ਆਵਾ। ਹੁਣ ਇਹਦੇ ਕੋਲੋਂ ਹੋਰ ਉਡੀਕ ਨਹੀਂ ਹੋਈ, ਬੜਾ ਕਾਹਲਾ ਪਿਆ, ਬੜੀ ਛੇਤੀ ਦੇ ਨਾਲ ਆਪ ਚੱਲ ਕਰਕੇ ਆਇਆ ਹੈ। ਸੇਵਕ ਸੰਗ ਕਿਤੇ ਕਰ ਲਾਵਾ। ਬੜੇ ਆਪਣੇ ਨਾਲ ਇਹਦੇ ਜਿਹੜੇ ਸੇਵਕ ਸਨ, ਉਹਨਾਂ ਸੇਵਕਾਂ ਨੂੰ ਨਾਲ ਲਿਆ। ਵੱਡੀ ਗਿਣਤੀ ਦੇ ਵਿੱਚ ਸੇਵਕਾਂ ਨੂੰ ਨਾਲ ਲੈ ਕੇ ਚੱਲ ਪਿਆ। ਤੂਰਨ ਆਏ ਤੀਰ ਪਰ ਹੀਰੇ। ਤੇ ਤੁਰਤ ਚੱਲ ਕੇ ਬੜੀ ਛੇਤੀ ਦੇ ਨਾਲ ਜਿੱਥੇ ਰਾਵੀ ਨਦੀ ਦਾ ਕਿਨਾਰਾ ਸੀ ਉੱਥੇ ਆਣ ਪਹੁੰਚਿਆ ਹੈ। ਪਰੇ ਚਾਦਰੇ ਤਾਨ ਬਡੇਰੇ। ਜਿੱਥੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਚਾਦਰਾ ਸਰੀਰ ਤੇ ਲਪੇਟ ਕੇ ਜ਼ਮੀਨ ਤੇ ਲੇਟੇ ਹੋਏ ਸਨ, ਉੱਥੇ ਆਣ ਪਹੁੰਚ ਕਰਕੇ ਦੇਖਦਾ ਹੈ। ਬਹੁ ਦਿਨ ਪਏ ਨ ਸੁਪਤਨ ਦੀਨ। ਵਿਚਾਰਦਾ ਕਿ ਕਈ ਦਿਨ ਤੋਂ ਮੈਂ ਇਹਨਾਂ ਨੂੰ ਸੌਣ ਨਹੀਂ ਦਿੱਤਾ, ਕਿਉਂਕਿ 5 ਦਿਨ ਦਾ ਸਮਾਂ ਇਹਦੇ ਹਵੇਲੀ ਵਿੱਚ ਰਹੇ, ਤਸੀਹੇ ਦਿੰਦਾ ਰਿਹਾ। 5 ਦਿਨ ਦਾ ਬਹੁਤ ਲੰਬਾ ਸਮਾਂ, ਕਈ ਦਿਨ ਤੋਂ ਮੈਂ ਇਹਨਾਂ ਨੂੰ ਜੋ ਸੌਣ ਨਹੀਂ ਦਿੱਤਾ। ਪਿਕ ਅਵਸਰ ਕੋ ਨਿੰਦਰਾ ਲੀਨ। ਹੁਣ ਚੰਗਾ ਮੌਕਾ ਵੇਖ ਕੇ ਆਪਣੀ ਨੀਂਦ ਪੂਰੀ ਕਰ ਰਹੇ ਨੇ। ਪਾਪੀ ਚੰਦੂ ਮਨ ਦੇ ਅੰਦਰ ਵਿਚਾਰਦਾ ਕਿ ਕਈ ਦਿਨ ਮੈਂ ਸੌਣ ਨਹੀਂ ਦਿੱਤਾ, ਇਸ ਕਰਕੇ ਇੱਥੇ ਮੌਕਾ ਵੇਖ ਕੇ ਰਾਵੀ ਤੇ ਇਸ਼ਨਾਨ ਕਰਨ ਵਾਸਤੇ ਆਏ ਤੇ ਮੌਕਾ ਵੇਖ ਕੇ ਹੁਣ ਆਪਣੀ ਨੀਂਦ ਪੂਰੀ ਕਰ ਰਹੇ ਹਨ। ਅਬ ਸੂਦੋ ਪਾ ਮਾਨੇ ਨਾਤਾ। ਕਹਿਣ ਲੱਗਾ ਹੁਣ ਸਿੱਧੇ ਹੋ ਕੇ ਮੇਰੀ ਗੱਲ ਮੰਨ ਲੈਣਗੇ, ਕਿਉਂਕਿ ਡਰ ਗਏ ਨੇ। ਹੁਣ ਸਿੱਧੇ ਹੋਏ ਇਸ ਪ੍ਰਕਾਰ ਦੇ ਨਾਲ ਮੇਰੀ ਗੱਲ ਜਿਹੜੀ ਉਹ ਮੰਨਣਗੇ, ਨਾਤਾ ਪ੍ਰਵਾਨ ਕਰ ਲੈਣਗੇ। ਧਰਮ ਜਾਣ ਤੇ ਉਰ ਡਰ ਪਾਤਾ। ਕਿਉਂਕਿ ਧਰਮ ਜਾਣ ਦਾ ਇਹਨਾਂ ਨੂੰ ਡਰ ਪੈਦਾ ਹੋਇਆ। ਇਹਨਾਂ ਦਾ ਮਨ ਡਰਿਆ ਕਿ ਕਿਤੇ ਸਾਡਾ ਧਰਮ ਨਾ ਚਲਾ ਜਾਏ, ਕਿਉਂਕਿ ਪਾਪੀ ਨੇ ਕਿਹਾ ਸੀ ਗਊ ਦੀ ਖਲ ਵਿੱਚ ਮੜਵਾ ਕੇ ਖਤਮ ਕਰ ਦਿਆਂਗਾ। ਕਹਿਣ ਲੱਗਾ ਧਰਮ ਜਾਣ ਤੋਂ ਡਰਦੇ ਹੋਏ ਇਸ ਕਰਕੇ ਹੁਣੇ ਮੰਨ ਜਾਣਗੇ। ਨਿਕਟ ਗਿਓ ਨਰ ਲੇ ਸਮੁਦਾਏ। ਜਿੰਨੇ ਦੇ ਨਾਲ ਇਹਦੇ ਸੇਵਕ ਚੱਲ ਕੇ ਆਏ, ਉਹਨਾਂ ਨੂੰ ਨਾਲ ਲੈ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਪਹੁੰਚਿਆ। ਸੁਪਤ ਜਾਨ ਕਰ ਦੁਸ਼ਟ ਅਲਾਏ। ਹੁਣ ਗੁਰੂ ਸਾਹਿਬ ਜੀ ਨੂੰ ਸੁੱਤੇ ਹੋਏ ਜਾਣ ਕਰਕੇ ਕਿ ਨੀਂਦ ਪੂਰੀ ਕਰ ਰਹੇ ਨੇ, ਸੁੱਤੇ ਹੋਏ ਨੇ, ਇਹ ਜਾਣ ਕਰਕੇ ਚੰਦੂ ਪਾਪੀ ਬੋਲਿਆ, ਕਹਿਣ ਲੱਗਾ ਕਿਮ ਤੁਮ ਕੋ ਅਬ ਨਿੰਦਰਾ ਆਈ। ਕਹਿਣ ਲੱਗਾ ਹੁਣ ਤੁਹਾਨੂੰ ਨੀਂਦ ਕਿਵੇਂ ਆਈ ਹੈ? ਹੁਣ ਸਾਰਾ ਕੁਝ ਤਾਂ ਜੋ ਤੁਸੀਂ ਰਿਸ਼ਤਾ ਨਾਤਾ ਪ੍ਰਵਾਨ ਨਹੀਂ ਕੀਤਾ, ਇੱਥੇ ਆ ਕੇ ਬੜੇ ਸੁੱਖ ਨਾਲ ਸੁੱਤੇ ਹੋ, ਹੁਣ ਤੁਹਾਨੂੰ ਇੱਥੇ ਆ ਕੇ ਨੀਂਦ ਕਿਵੇਂ ਆਈ ਹੈ? ਹੋਏ ਨਚਿੰਤ ਸੋਇਓ ਸੁਖ ਪਾਈ। ਬੜੇ ਨਿਸ਼ਚਿੰਤ ਹੋ ਕੇ ਇੱਥੇ ਸੁਖ ਪਾ ਕੇ ਸੁੱਤੇ ਹੋ, ਨੀਂਦ ਪੂਰੀ ਕਰ ਰਹੇ ਹੋ, ਨਿਸ਼ਚਿੰਤ ਹੋ ਕੇ ਸੁੱਤੇ ਹੋਏ ਹੋ। ਸੁਤਾ ਕੁਮਾਰੀ ਮੈਂ ਨਿਤ ਹੀਰੇ। ਜਦੋਂ ਤੋਂ ਤੁਸੀਂ ਮੇਰੀ ਪੁੱਤਰੀ ਦਾ ਰਿਸ਼ਤਾ ਲੈਣ ਤੋਂ ਇਨਕਾਰ ਕੀਤਾ, ਉਦੋਂ ਤੋਂ ਕੁਆਰੀ ਧੀ ਨੂੰ ਵੇਖ ਕਰਕੇ ਤਜੀ ਨੀਂਦ ਦਿਨ ਬਿਤੇ ਕਨੇਰੇ। ਉਸ ਦਿਨ ਤੋਂ ਮੇਰੀ ਵੀ ਨੀਂਦ ਚਲੀ ਗਈ। ਉਸ ਦਿਨ ਤੋਂ ਮੈਂ ਵੀ ਸੌ ਕੇ ਨਹੀਂ ਵੇਖਿਆ। ਕਈ ਦਿਨ ਦਾ ਬਹੁਤ ਲੰਬਾ ਸਮਾਂ ਇਸ ਤਰ੍ਹਾਂ ਦੇ ਨਾਲ ਬਤੀਤ ਹੋਇਆ। ਤਬ ਵਿਦੀਏ ਬਹੁ ਰੋਏ ਸੁਨਾਇਓ। ਇਹ ਪਾਪੀ ਚੰਦੂ ਜਦੋਂ ਇਸ ਪ੍ਰਕਾਰ ਦੇ ਨਾਲ ਬੋਲਣ ਲੱਗਾ, ਕਹਿਣ ਲੱਗਾ, ਇਹਨੂੰ ਬੋਲਦੇ ਹੋਏ ਨੂੰ ਵੇਖ ਕੇ ਬਾਬਾ ਜੇਠਾ ਜੀ ਜਿਨ੍ਹਾਂ ਦਾ ਮਨ ਵੈਰਾਗ ਨਾਲ ਭਰਿਆ,
ਵੈਰਾਗੀ ਮਨ ਦੇ ਨਾਲ ਇਸ ਪਾਪੀ ਚੰਦੂ ਨੂੰ ਕਹਿਣ ਲੱਗੇ, ਦੁਸ਼ਟ ਪਾਤ ਕੀ ਪਾਪ ਕਮਾਇਓ। ਕਹਿਣ ਲੱਗੇ ਐ ਦੁਸ਼ਟ ਚੰਦੂ, ਤੂੰ ਵੱਡਾ ਪਾਪ ਕਮਾਇਆ ਹੈ, ਬਹੁਤ ਵੱਡਾ ਤੂੰ ਪਾਪ ਕੀਤਾ ਹੈ। ਤੋ ਸਿਰ ਚੜੇ ਦੋਸ਼ ਵੱਡ ਦੈ ਕੈ। ਤੇਰੇ ਸਿਰ ਤੇ ਵੱਡਾ ਦੋਸ਼ ਚੜਿਆ ਹੈ। ਗੁਰੂ ਸਾਹਿਬ ਜੀ ਦੀ ਸ਼ਹਾਦਤ ਦਾ ਇਹ ਵੱਡਾ ਦੋਸ਼, ਵੱਡਾ ਪਾਪ ਤੇਰੇ ਸਿਰ ਲੱਗਾ ਹੈ। ਗਏ ਪਰਲੋਕ ਦੇਹ ਤਜ ਕੈ ਕੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪਣੀ ਦੇਹ ਦਾ ਤਿਆਗ ਕਰਕੇ ਲੋਕ ਤੋਂ ਪਰਲੋਕ ਗਮਨ ਕਰ ਗਏ, ਸੱਚਖੰਡ ਪਿਆਨਾ ਕਰ ਗਏ ਹਨ। ਕਰ ਕੂਰੋ ਮਾਰੇ ਹਤਿਆਰੇ। ਐ ਪਾਪੀਆ ਤੈਨੂੰ ਝੂਠਾ ਕਰਕੇ ਮਾਰਾਂਗੇ, ਜਿਹੜਾ ਤੂੰ ਵੱਡਾ ਪਾਪ ਕੀਤਾ ਹੈ, ਇਸ ਕਰਕੇ ਪਾਪੀਆ ਤੈਨੂੰ ਝੂਠਾ ਕਰਕੇ ਮਾਰਾਂਗੇ। ਬਚੇ ਨਹੀਂ ਕਰ ਯਤਨ ਹਜ਼ਾਰੇ। ਭਾਵੇਂ ਹਜ਼ਾਰਾਂ ਯਤਨ ਕਰ ਲਵੇ, ਪਾਪੀਆ ਤੂੰ ਬਚ ਨਹੀਂ ਸਕੇਗਾ। ਤੈਨੂੰ ਕੀਤੀ ਦਾ ਫਲ ਜ਼ਰੂਰ ਭੁਗਤਣਾ ਪੈਣਾ ਹੈ। ਤੈਨੂੰ ਦੁਸ਼ਟ ਨੂੰ ਸਜ਼ਾ ਜ਼ਰੂਰ ਮਿਲੇਗੀ, ਭਾਵੇਂ ਹਜ਼ਾਰਾਂ ਯਤਨ ਕਰ ਲਵੇ ਤੂੰ ਬਚ ਨਹੀਂ ਸਕੇਗਾ। ਕੁਝ ਡਰਪਤ ਉਰ ਮੈਂ ਬਿਸਮਾਇਓ। ਹੁਣ ਇਹ ਚੰਦੂ ਪਾਪੀ ਹਿਰਦੇ ਦੇ ਅੰਦਰ ਡਰਿਆ ਹੈ, ਪਾਪ ਦੇ ਕਾਰਨ ਡਰਿਆ ਹੈ, ਤੇ ਡਰ ਕਰਕੇ ਇਹ ਵੇਖ ਕਰਕੇ ਸਾਰਾ ਕੁਝ ਬੜਾ ਹੈਰਾਨ ਹੋਇਆ। ਤਤ ਛਿਨ ਹਟ ਕਰ ਧਾਮ ਸਿਧਾਇਓ। ਉਸੇ ਵਕਤ ਉਥੋਂ ਚੱਲ ਪਿਆ, ਚੱਲ ਕਰਕੇ ਵਾਪਸ ਆਪਣੇ ਘਰ ਆਣ ਪਹੁੰਚਿਆ ਹੈ। ਸਦਨ ਰੁਦਨ ਵੱਡ ਸੁਨਿਓ ਪੁਕਾਰਾ। ਇਹਨੇ ਨੂੰ ਇਹਦੇ ਜਿਹੜੇ ਨੁਖਾ ਇਹਦੇ ਨੂੰਹ ਸੀ, ਉਹਨੇ ਸਰੀਰ ਤਿਆਗ ਦਿੱਤਾ। ਉਹ ਵੀ ਗੁਰੂ ਸਾਹਿਬ ਜੀ ਦਾ ਇਹ ਦੁੱਖ ਸਹਿਣ ਨਾ ਕਰ ਸਕੀ। ਜਦੋਂ ਇਹ ਘਰ ਵਾਪਸ ਆਇਆ, ਘਰ ਆ ਕੇ ਇਹਨੇ ਜਿਹੜਾ ਰੋਣ ਦੀ ਜਿਹੜੀ ਉਹ ਆਵਾਜ਼ ਸੁਣੀ ਹੈ। ਚਕਰਿਤ ਚਿਤਵੈ ਤਬੇ ਉਚਾਰਾ। ਤੇ ਬੜਾ ਹੈਰਾਨ ਹੋਇਆ। ਇਹ ਸਾਰਾ ਕੁਝ ਸੋਚਦਾ ਹੈ ਕਿ ਮੇਰੇ ਘਰ ਦੇ ਵਿੱਚੋਂ ਰੋਣ ਦੀ ਆਵਾਜ਼ ਕਿਵੇਂ ਆ ਰਹੀ ਹੈ। ਰੋਣ ਦੀ ਆਵਾਜ਼ ਨੂੰ, ਇਹ ਪੁਕਾਰ ਨੂੰ, ਹਾਹਾਕਾਰ ਨੂੰ ਸੁਣ ਕਰਕੇ ਬੜਾ ਹੈਰਾਨ ਹੋਇਆ। ਕਿਆ ਹੋਇਓ ਕਿਉਂ ਕਰੋ ਬਿਰਲਾਪਾ। ਜਾ ਕੇ ਹੁਣ ਪੁੱਛਦਾ ਹੈ, ਕਹਿਣ ਲੱਗਾ ਕੀ ਹੋਇਆ, ਕਿਹੜੀ ਗੱਲ ਤੋਂ ਵਿਰਲਾਪ ਕਰਦੇ ਹੋ, ਕੀ ਐਸਾ ਭਾਣਾ ਵਾਪਰ ਗਿਆ, ਕਿਉਂ ਵਿਰਲਾਪ ਕਰ ਰਹੇ ਹੋ। ਕੌਣ ਗਜਬ ਗੁਜ਼ਰਿਓ ਫਲ ਪਾਪਾ। ਕਹਿਣ ਲੱਗਾ ਐਸਾ ਕਿਹੜਾ ਜਿਹੜਾ ਪਾਪਾਂ ਦਾ ਸਾਨੂੰ ਫਲ ਭੁਗਤਣਾ ਪੈ ਗਿਆ, ਐਸਾ ਕਿਹੜਾ ਕਹਿਰ ਸਾਡੇ ਤੇ ਵਰਤਿਆ ਹੈ। ਸੇਵਕ ਆਨ ਕਯੋ ਤਤਕਾਲਾ। ਇਹਦਾ ਇੱਕ ਸੇਵਕ ਸੀ ਦਾ ਨੌਕਰ, ਉਹ ਤਤਕਾਲ ਉਸੇ ਵੇਲੇ ਜਦੋਂ ਚੰਦੂ ਨੇ ਇਹ ਗੱਲ ਪੁੱਛੀ, ਚੱਲ ਕਰਕੇ ਆਇਆ ਤੇ ਦੱਸਣ ਲੱਗਾ। ਨੁਖਾ ਮ੍ਰਿਤਕ ਓਚਕ ਭਾ ਕਾਲਾ। ਕਹਿਣ ਲੱਗਾ ਅਚਾਨਕ ਕਾਲ ਆ ਗਿਆ, ਉਹਦਾ ਸਮਾਂ ਆ ਗਿਆ। ਉਹ ਸਮੇਂ ਦੇ ਕਾਰਨ ਜਿਹੜੀ ਤੁਹਾਡੀ ਨੂੰਹ ਸੀ ਉਹਦੀ ਮੌਤ ਹੋ ਗਈ ਹੈ। ਅਨਿਕ ਤਰਕ ਨਾ ਸੁਨਤ ਵਿਚਾਰੇ। ਇਹ ਸੁਣ ਕਰਕੇ ਹੁਣ ਬੜੀਆਂ ਤਰਕਾਂ, ਬੜੇ ਗਿਣਤੀਆਂ ਗਿਣਦਾ ਚੰਦੂ। ਮਨ ਦੇ ਅੰਦਰ ਬੜੇ ਖਿਆਲ ਇਹਦੇ ਭੈੜੇ ਆਉਣ ਲੱਗੇ। ਬਿਨਾ ਰੋਗ ਕਿਮ ਮਰੀ ਉਚਾਰੇ। ਹੁਣ ਮਨ ਅੰਦਰ ਵਿਚਾਰਦਾ ਹੈ ਕਿ ਮੇਰੀ ਨੂੰਹ ਜਿਹੜੀ ਤੰਦਰੁਸਤ ਸੀ, ਚੰਗੀ ਭਲੀ ਸੀ, ਉਹਨੂੰ ਕੋਈ ਬਿਮਾਰੀ ਨਹੀਂ ਸੀ, ਬਿਨਾ ਰੋਗ ਤੋਂ ਬਿਨਾ ਬਿਮਾਰੀ ਤੋਂ ਕਿਵੇਂ ਅਚਾਨਕ ਉਹਦੀ ਮੌਤ ਹੋ ਗਈ। ਦੁਖੀ ਬੇਸੂਰਤ ਮੂਰਖ ਮਾਨੀ। ਇਹ ਮੂਰਖ ਮਾਨੇ ਅਭਿਮਾਨੀ ਹੁਣ ਝੂਰਦਾ ਹੋਇਆ ਦੁਖੀ ਹੁੰਦਾ ਹੈ। ਮਨੋ ਕਸ਼ਟ ਕੀ ਉਪਜ ਨਿਸ਼ਾਨੀ। ਕਹਿਣ ਲੱਗਾ ਮਾਨੋ ਇਹ ਕਸ਼ਟ ਦੀ ਪਹਿਲੀ ਨਿਸ਼ਾਨੀ ਹੈ। ਜਿਹੜਾ ਪਾਪ ਮੈਂ ਕੀਤਾ ਉਹ ਪਾਪ ਦੀ, ਉਹ ਕਸ਼ਟ ਦੀ ਇਹ ਪਹਿਲੀ ਨਿਸ਼ਾਨੀ ਹੈ। ਮਿਰਤਕ ਕਿਰਿਆ ਕਰਵਾਵਤ ਪਏ। ਹੁਣ ਨੂੰਹ ਦੇ ਜਿਹੜਾ ਮ੍ਰਿਤਕ ਸੇ ਸੰਸਕਾਰ ਕਰਨ ਦੀ ਸਾਰੀ ਉਹ ਤਿਆਰੀ ਕਰਨ ਲੱਗੇ। ਜਾਰਨ ਨਦੀ ਤੀਰ ਲੈ ਗਏ। ਤੇ ਇਹਦਾ ਸੰਸਕਾਰ ਕਰਨ ਵਾਸਤੇ ਨਦੀ ਦੇ ਕਿਨਾਰੇ ਵੱਲ, ਰਾਵੀ ਨਦੀ ਦੇ ਕਿਨਾਰੇ ਵਾਲੇ ਦਾ ਸਰੀਰ ਬਬਾਲ ਲੈ ਕਰਕੇ ਗਏ। ਉਤ ਸਤਗੁਰ ਕੀ ਸੁਧ ਬਿਦਤਾਈ। ਉਧਰ ਸਤਿਗੁਰੂ ਪਾਤਸ਼ਾਹ ਜੀ ਦੇ ਪੰਜ ਭੂਤਕ ਸਰੀਰ ਦਾ ਤਿਆਗ ਕਰਕੇ ਸੱਚਖੰਡ ਪਿਆਨਾ ਕਰਨ ਦੀ ਜਿਹੜੀ ਖਬਰ ਸੀ ਉਹ ਚਾਰੇ ਪਾਸੇ ਫੈਲ ਗਈ ਹੈ। ਪਰਿਓ ਰੋਰਪੁਰ ਨਰ ਸਮੁਦਾਈ। ਸਾਰੇ ਲਾਹੌਰ ਦੇ ਵਿੱਚ ਰੌਲਾ ਮਚ ਗਿਆ। ਜਿੰਨੇ ਵੀ ਇੱਥੋਂ ਦੇ ਵਸਣ ਵਾਲੇ ਸਨ, ਜਿੰਨੇ ਵੀ ਇੱਥੋਂ ਦੇ ਰਹਿਣ ਵਾਲੇ ਗੁਰੂ ਕੇ ਸਿੱਖ ਸਨ, ਉਹਨਾਂ ਸਾਰਿਆਂ ਨੇ ਖਬਰ ਸੁਣੀ ਹੈ। ਗ੍ਰਹਿ ਚੰਦੂ ਕੇ ਗੁਰ ਤਜ ਦੇਹ। ਸਾਰਿਆਂ ਨੇ ਇਹ ਸੁਣਿਆ ਕਿ ਚੰਦੂ ਦੇ ਘਰ
ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਰੀਰ ਤਿਆਗ ਦਿੱਤਾ ਹੈ। ਸੁਨ ਸੁਨ ਸਿੱਖ ਨਿਕਸੇ ਤਜ ਇਹ ਗ੍ਰੇ। ਖਬਰ ਸੁਣ ਸੁਣ ਕੇ ਆਪਣੇ ਘਰਾਂ ਨੂੰ ਛੱਡ ਕੇ ਸਾਰੇ ਗੁਰੂ ਕੇ ਸਿੱਖ ਚੱਲ ਪਏ। ਨਦੀ ਤੀਰ ਸ਼੍ਰੀ ਗੁਰ ਅਬ ਹੁਣ ਆਹੇ। ਖਬਰ ਸੁਣੀ ਹੈ ਕਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਜਿਹੜਾ ਪਾਵਨ ਸਰੀਰ ਹੈ ਉਹ ਰਾਵੀ ਨਦੀ ਦੇ ਕਿਨਾਰੇ ਤੇ ਹੈ। ਇਹ ਸੁਣ ਕਰਕੇ ਹੁਣ ਨਦੀ ਵੱਲ ਨੂੰ ਸਾਰਿਆਂ ਨੇ ਚਾਲਾ ਪਾਇਆ। ਤਾਏ ਤਾਏ ਮਾਨਵ ਗਨ ਲਹੇ। ਸਾਰੇ ਦੌੜ ਦੌੜ ਕੇ ਜਿੰਨੇ ਵੀ ਮਨੁੱਖ ਨੇ ਵੱਡੀ ਗਿਣਤੀ ਦੇ ਵਿੱਚ ਉਹ ਰਾਵੀ ਨਦੀ ਦੇ ਕਿਨਾਰੇ ਵੱਲ ਜਾ ਰਹੇ ਹਨ। ਤਜ ਤਜ ਕਾਜ ਬਨਕ ਵਿਵਹਾਰ। ਜਿੱਥੇ ਵੀ ਕੋਈ ਕੰਮ ਕਰ ਰਿਹਾ ਸੀ, ਕੋਈ ਆਪਣਾ ਕਾਰ ਵਿਹਾਰ ਕਰ ਰਿਹਾ ਸੀ, ਜਿਵੇਂ ਜਿਵੇਂ ਕਿਸੇ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਸੱਚਖੰਡ ਪਿਆਨਾ ਕਰਨ ਦੀ ਖਬਰ ਸੁਣੀ ਤੇ ਸੁਣ ਕਰਕੇ ਆਪਣੇ ਕੰਮਕਾਰ ਤਿਆਗ ਕੇ ਦੌੜ ਕਰਕੇ ਆਏ। ਆਵੇਂ ਲਾਰ ਪਰੋ ਨਰ ਨਾਰ। ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਕਤਾਰ ਬਣ ਕੇ ਨਰ ਨਾਰੀ ਜਿਹੜੇ ਨੇ ਉਹ ਆ ਰਹੇ ਹਨ। ਭਈ ਪੀਰ ਕੁਛ ਗਿਨੀ ਨ ਜਾਏ। ਇੰਨੇ ਵੱਡੀ ਭਾਰੀ ਭੀੜ ਜੁੜੀ ਹੈ ਜਿਹਦੇ ਗਿਣਤੀ ਨਹੀਂ ਕੀਤੀ ਜਾ ਸਕਦੀ। ਵੱਡੇ ਗਿਣਤੀ ਦੇ ਵਿੱਚ ਸਾਰੇ ਲੋਕ ਚੱਲ ਕੇ ਆਏ। ਕਿਤਕ ਸਮਗਰੀ ਲੈ ਕਰ ਆਏ। ਬਹੁਤ ਸਾਰੀ ਸਮਗਰੀ ਜਿਹੜੀ ਲੈ ਕਰਕੇ ਉਹ ਗੁਰੂ ਕੇ ਸਿੱਖ ਆਏ ਹਨ। ਅਤਰ ਫੂਲ ਅੰਬੀਰ ਗੁਲਾਲ। ਜਿਹਦੇ ਵਿੱਚ ਅਤਰ ਫੁੱਲ ਕੇਸਰ ਤੇ ਗੁਲਾਲ ਆਦਿਕ ਹੈ। ਬਰਖਾਵਤੋਈ ਤਰ ਲਾਲ। ਇਹ ਸਾਰੀ ਸਮਗਰੀ ਜਿਹੜੀ ਆ ਲੈ ਕਰਕੇ ਗੁਰੂ ਸਾਹਿਬ ਜੀ ਦਾ ਜਿੱਥੇ ਪਾਵਨ ਸਰੀਰ ਸੀ ਉਹ ਸਰੀਰ ਦੇ ਉੱਤੇ ਜਿਹੜੀ ਹੈ ਸਾਰੀ ਸਮਗਰੀ ਛਿੜਕੇ ਗਈ ਪਾਏ ਗਏ। ਜਦੋਂ ਇਹ ਸਾਰੀ ਸਮਗਰੀ ਪਾਏ ਗਏ ਮਾਨੋ ਉਸ ਧਰਤੀ ਦਾ ਰੰਗ ਜਿਹੜਾ ਉਹ ਲਾਲ ਹੋ ਗਿਆ। ਨਦੀ ਤੀਰ ਥਿਰ ਸਿੱਖ ਚੱਲ ਆਏ। ਇਹ ਨਦੀ ਦਾ ਜਿਹੜਾ ਕਿਨਾਰਾ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਪੰਜ ਭੂਤਕ ਸਰੀਰ ਦਾ ਤਿਆਗ ਕੀਤਾ ਸਾਰੇ ਇੱਥੇ ਚੱਲ ਕਰਕੇ ਆਏ ਹਨ। ਵਿਧੀ ਚੰਦ ਆਦਿਕ ਦਰਸਾਏ। ਸਾਰਿਆਂ ਨੇ ਵੇਖਿਆ ਭਾਈ ਬਿਧੀ ਚੰਦ ਜੀ ਆਦਿ ਗੁਰੂ ਕੇ ਸਿੱਖ ਨਜ਼ਰ ਆਏ। ਬੂਜੀ ਸਰਬ ਭਾਰਤਾ ਗੁਰ ਕੀ। ਸਾਰਿਆਂ ਨੇ ਭਾਈ ਬਿਧੀ ਚੰਦ ਜੀ ਇਹਨਾਂ ਦੇ ਕੋਲੋਂ ਗੁਰੂ ਸਾਹਿਬ ਜੀ ਦੇ ਬਾਬਤ ਪੁੱਛਣਾ ਕੀਤਾ। ਸੱਚਖੰਡ ਪਿਆਨਾ ਕਰਨ ਸਮੇਂ ਜੋ ਬਚਨ ਬਿਲਾਸ ਹੋਏ, ਸੱਚਖੰਡ ਪਿਆਨਾ ਕਰਨ ਦਾ ਜੋ ਕਾਰਨ ਸੀ ਉਹ ਸਾਰੀ ਵਾਰਤਾ ਭਾਈ ਬਿਧੀ ਚੰਦ ਜੀ ਨੂੰ ਸਿੱਖ ਸੰਗਤਾਂ ਪੁੱਛਣ ਲੱਗੀਆਂ। ਸਭ ਸੋ ਕਈ ਕਈ ਜਿਮ ਉਰ ਕੀ। ਤੇ ਜਿਵੇਂ ਸਤਿਗੁਰੂ ਪਾਤਸ਼ਾਹ ਜੀ ਨੇ ਅੰਤ ਸਮੇਂ ਸੱਚਖੰਡ ਪਿਆਨਾ ਕਰਨ ਤੋਂ ਪਹਿਲਾਂ ਇਹਨਾਂ ਪੰਜਾਂ ਗੁਰਸਿੱਖਾਂ ਨੂੰ ਜੋ ਬਚਨ ਕਹੇ ਸਨ ਉਸੇ ਤਰ੍ਹਾਂ ਇਹ ਭਾਈ ਬਿਧੀ ਚੰਦ ਆਦਿ ਗੁਰਸਿੱਖਾਂ ਨੇ ਸਿੱਖ ਸੰਗਤਾਂ ਨੂੰ ਦੱਸਣਾ ਕੀਤਾ। ਨਹੀਂ ਦੇ ਕੋ ਦਾਹ ਉਚਾਰਾ। ਇਹ ਵੀ ਦੱਸਿਆ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਵੀ ਹੁਕਮ ਕੀਤਾ ਸੀ ਕਿ ਸਾਡੇ ਸਰੀਰ ਦਾ ਸੰਸਕਾਰ ਨਹੀਂ ਕਰਨਾ, ਇਹਦਾ ਦਾਹ ਨਹੀਂ ਕਰਨਾ। ਕਰੋ ਪ੍ਰਵਾਹਨ ਬਾਰ ਮਜਾਰਾ। ਇਹ ਹੁਕਮ ਸੀ ਕਿ ਸਤਿਗੁਰੂ ਪਾਤਸ਼ਾਹ ਜੀ ਦਾ ਸਾਡੇ ਸਰੀਰ ਨੂੰ ਜਲ ਪ੍ਰਵਾਹ ਕਰ ਦੇਣਾ ਹੈ। ਮੇਰੋ ਦਰਸ਼ਨ ਇਹ ਦਰਿਆਓ। ਸਾਡੇ ਦਰਸ਼ਨ ਇਹ ਦਰਿਆ ਹੋਵੇਗਾ। ਜਿਹੜਾ ਕੋਈ ਚੱਲ ਕੇ ਆਏਗਾ ਇਸ ਦਰਿਆ ਤੇ ਉਹਨੂੰ ਸਾਡੇ ਦਰਸ਼ਨ ਹੋਣਗੇ। ਉੱਤਰ ਕੋ ਸਿਰ ਦਛਿਨ ਪਾਓ। ਉੱਤਰ ਦਿਸ਼ਾ ਵੱਲ ਸਾਡਾ ਸੀਸ ਹੋਵੇਗਾ, ਦੱਖਣ ਦਿਸ਼ਾ ਵੱਲ ਸਾਡੇ ਚਰਨ ਹੋਣਗੇ। ਸੁਨ ਸਿੱਖ ਸਦਨ ਸਦਨ ਰੁਦਨਾਏ। ਇਹ ਸੁਣ ਸੁਣ ਕੇ ਸਾਰੇ ਸਿੱਖ ਜਿਹੜੇ ਨੇ ਉਹ ਆਪੋ ਆਪਣੇ ਘਰਾਂ ਨੂੰ ਭਰੇ ਹੋਏ ਮਨਾਂ ਨਾਲ ਵੈਰਾਗ ਕਰਦੇ ਹੋਏ ਜਾ ਰਹੇ ਹਨ। ਦੌਰ ਦੌਰ ਮਿਲ ਕੇ ਸਮੁਦਾਏ। ਦੌੜ ਦੌੜ ਕੇ ਆਪਸ ਦੇ ਵਿੱਚ ਮਿਲਦੇ ਹਨ। ਗੁਰੂ ਸਾਹਿਬ ਜੀ ਦੇ ਸੱਚਖੰਡ ਪਿਆਨਾ ਕਰਨ ਦੀ ਵਿਚਾਰ ਜਿਹੜੀ ਗੱਲ ਹੈ ਉਹ ਇੱਕ ਦੂਜੇ ਨਾਲ ਸਾਂਝੀ ਕਰਦੇ ਹਨ। ਵਾਹਿਗੁਰੂ ਸਭ ਬਦਨ ਕਹੰਤੇ। ਸਾਰੇ ਆਪਣੀ ਰਸਨਾ ਤੋਂ ਮੁਖ ਤੋਂ ਵਾਹਿਗੁਰੂ ਵਾਹਿਗੁਰੂ ਦਾ ਉਚਾਰਨ ਕਰਦੇ ਇਸ ਪ੍ਰਕਾਰ ਦੇ ਨਾਲ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹਨ। ਇਕੱਠੇ ਪਏ ਅਧਿਕ ਦੁਖਵੰਤੇ। ਬਹੁਤ ਵੱਡਾ ਭਾਰੀ ਇਕੱਠ ਹੈ ਸਿੱਖ ਸੰਗਤਾਂ ਦਾ। ਇੰਨੇ ਵੱਡੇ ਇਕੱਠ ਦੇ ਵਿੱਚ ਸਾਰਿਆਂ ਦੇ ਹਿਰਦੇ ਗੁਰੂ ਸਾਹਿਬ ਦੇ ਜਾਣ ਕਰਕੇ ਬੜੇ ਦੁਖੀ ਨੇ, ਬੜੇ ਮਨ ਵੈਰਾਗ ਨਾਲ ਭਰੇ ਹੋਏ ਨੇ। ਵਿਛੋੜੇ ਦਾ ਡਾਢਾ ਦੁੱਖ ਹੈ। ਤਤ ਚਿਨ ਸੁੰਦਰ ਰਚਿਓ ਬਿਮਾਨਾ। ਉਸੇ ਵਕਤ ਤਤ ਸ਼ਹਿਨ ਬੜੀ ਛੇਤੀ ਦੇ ਨਾਲ ਬੜਾ ਸੋਹਣਾ ਸੁੰਦਰ ਵਿਮਾਨ ਤਿਆਰ ਕੀਤਾ ਗਿਆ। ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਸਵਰੂਪ ਸਰੀਰ ਨੂੰ ਲਿਜਾਣ ਵਾਸਤੇ ਗੁਰੂ ਕੇ ਸਿੱਖਾਂ ਨੇ ਬੜਾ ਸੋਹਣਾ ਸੁੰਦਰ ਜਿਹੜਾ ਵਿਮਾਨ ਉਹ ਤਿਆਰ ਕੀਤਾ ਹੈ। ਸਿੱਖਨ ਖਰਚਿਓ ਦਰਬ ਮਹਾਨਾ। ਗੁਰੂ ਕੇ ਸਿੱਖਿਆ ਨੇ ਬਹੁਤ ਭਾਰੀ
ਧਨ ਖਰਚ ਕੇ ਗੁਰੂ ਸਾਹਿਬ ਜੀ ਲਈ ਸੁੰਦਰ ਬਿਬਾਨ ਬਣਾਇਆ। ਸਤਿਗੁਰ ਸੇਵ ਜੇ ਹੋਏ ਇਸ ਸਮੇਂ, ਇਹ ਮਨ ਵਿੱਚ ਵਿਚਾਰ ਹੈ ਕਿ ਇਸ ਸਮੇਂ ਜੇ ਸਤਿਗੁਰੂ ਪਾਤਸ਼ਾਹ ਜੀ ਦੀ ਜਿੰਨੀ ਸੇਵਾ ਹੋ ਜਾਵੇ, ਜਿੰਨਾ ਧਨ ਆਪਣੇ ਕਿਰਤ ਕਮਾਈ ਦੇ ਵਿੱਚੋਂ ਖਰਚ ਕਰ ਲਈਏ, ਇਹ ਗੁਰੂ ਕੀ ਸੇਵਾ ਜਿੰਨੀ ਵੀ ਹੋ ਜਾਵੇ, ਵੱਡੇ ਭਾਗ ਤੇ ਪ੍ਰਾਪਤ ਹਮੇ, ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੋਵੇਗੀ। ਗੁਰੂ ਕੀ ਸੇਵਾ ਪ੍ਰਾਪਤ ਹੋਣੀ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਸਾਡੇ ਵੱਡੇ ਭਾਗ ਹੋਣਗੇ। ਗੁਰੂ ਸਾਹਿਬ ਤਰਸ ਕਰਦੇ ਨੇ, ਆਪਣੀ ਸੰਗਤ ਬਖਸ਼ਦੇ ਨੇ। ਗੁਰੂ ਸਾਹਿਬ ਤਰਸ ਕਰਦੇ ਨੇ, ਆਪਣੇ ਘਰ ਦੇ ਵਿੱਚ ਲੰਗਰਾਂ ਦੀ ਸੇਵਾ ਬਖਸ਼ਦੇ ਨੇ, ਜੋੜਿਆਂ ਦੀ, ਝਾੜੂ ਦੀ, ਧੁਆਈ ਦੀ, ਬੇਅੰਤ ਪ੍ਰਕਾਰ ਦੀ ਸੇਵਾ ਬਖਸ਼ਦੇ ਨੇ। ਗੁਰੂ ਸਾਹਿਬ ਦਾ ਸ਼ੁਕਰਾਨਾ ਕਰੀਏ। ਸਤਿਗੁਰੂ ਪਾਤਸ਼ਾਹ ਤਰਸ ਹੈ, ਕੋਈ ਵੱਡੇ ਭਾਗ ਹਨ, ਤੁਹਾਡੀ ਕਿਰਪਾ ਦੇ ਨਾਲ ਇਹ ਸੰਗਤ ਪ੍ਰਾਪਤ ਹੈ, ਸੇਵਾ ਪ੍ਰਾਪਤ ਹੋਈ ਹੈ। ਕਹਿਣ ਲੱਗੇ ਸਿੱਖ ਮਨ ਅੰਦਰ ਵਿਚਾਰਦੇ ਨੇ ਕਿ ਸਾਡੇ ਵੱਡੇ ਭਾਗ ਹੋਣਗੇ, ਵੱਡੇ ਭਾਗਾਂ ਦੇ ਨਾਲ ਇਹ ਗੁਰੂ ਸਾਹਿਬ ਜੀ ਦੀ ਸੇਵਾ ਅਸੀਂ ਕਰ ਸਕਾਂਗੇ। ਫਲ ਅਟੂਟ ਹੋਏ ਕੌਣ ਸੋ ਜਾਣੇ, ਤੇ ਇਸ ਸੇਵਾ ਦਾ ਜਿਹੜਾ ਫਲ ਪ੍ਰਾਪਤ ਹੋਣਾ ਹੈ ਉਹ ਅਟੂਟ ਹੈ, ਉਹਨੂੰ ਕੋਈ ਬਿਆਨ ਨਹੀਂ ਕਰ ਸਕਦਾ। ਗੁਰ ਕੀ ਸੇਵਾ ਕਰਨ ਦੇ ਨਾਲ ਇਹ ਸੇਵਾ ਦਾ ਜਿਹੜਾ ਫਲ ਪ੍ਰਾਪਤ ਹੋਣਾ ਹੈ ਉਹਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਐਸੀ ਮਹਾਨ ਗੁਰੂ ਕੀ ਸੇਵਾ ਹੈ। ਮਿਲੇ ਪਰਸਪਰ ਏਵ ਬਖਾਨੇ, ਪਰਸਪਰ ਆਪਸ ਦੇ ਵਿੱਚ ਮਿਲ ਕੇ ਸਿੱਖ ਇੱਕ ਦੂਸਰੇ ਦੇ ਨਾਲ ਇਸ ਤਰ੍ਹਾਂ ਦੇ ਨਾਲ ਵਿਚਾਰਾਂ ਇਹ ਬਚਨ ਕਰਦੇ ਹਨ। ਜ਼ਰੀ ਬਾਦਲਾ ਰੇਸ਼ਮ ਚੀਰ, ਬੜੇ ਸੋਹਣੇ ਸੁੰਦਰ ਸੋਨੇ ਤੇ ਚਾਂਦੀ ਦੀਆਂ ਤਾਰਾਂ ਵਾਲੇ ਰੇਸ਼ਮ ਦੇ ਸੁੰਦਰ ਜਿਹੜੇ ਵਸਤਰ ਹਨ। ਪਰੇ ਦੁਸ਼ਾਲੇ ਮੋਲ ਗਹੀਰ, ਤੇ ਉਹ ਜਿਹੜੇ ਬੜੇ ਕੀਮਤੀ ਦੁਸ਼ਾਲੇ, ਬਹੁਤ ਵੱਡੇ ਬਹੁਮੁੱਲੇ ਜਿਹੜੇ ਦੁਸ਼ਾਲੇ ਹਨ, ਉਹ ਸਤਿਗੁਰੂ ਪਾਤਸ਼ਾਹ ਜੀ ਦੇ ਸਰੀਰ ਤੇ ਪਾਏ ਗਏ। ਸੀਤ ਬਸਤਰ ਮਸਰੂ ਬਿਦ ਕਨੇ, ਤੇ ਜਿਹੜਾ ਰੇਸ਼ਮੀ ਸੂਤ ਦਾ ਮਿਲਿਆ ਹੋਇਆ ਕੱਪੜਾ, ਬਹੁਤ ਕੀਮਤੀ ਜਿਹੜਾ ਕੱਪੜਾ ਰੇਸ਼ਮੀ, ਉਹ ਸਤਿਗੁਰੂ ਪਾਤਸ਼ਾਹ ਜੀ ਦੇ ਸਰੀਰ ਤੇ ਪਾਇਆ ਗਿਆ। ਉਪਰ ਪਾਏ ਸ਼ੋਕ ਮਨ ਸਨੇ, ਮਨ ਅੰਦਰ ਭਾਰੀ ਵੈਰਾਗ ਹੈ, ਸ਼ੋਕ ਹੈ ਗੁਰੂ ਸਾਹਿਬ ਜੀ ਦੇ ਜਾਣ ਦਾ। ਭਾਵੇਂ ਡਾਢਾ ਦੁੱਖ ਵੀ ਹੈ, ਪਰ ਸਤਿਗੁਰੂ ਪਾਤਸ਼ਾਹ ਜੀ ਦੀ ਸੇਵਾ ਕਰਨ ਦੇ ਵਿੱਚ ਸਾਰੇ ਲੱਗੇ। ਇਸ ਪ੍ਰਕਾਰ ਦੇ ਨਾਲ ਬੜੇ ਸੋਹਣੇ ਸੁੰਦਰ ਰੇਸ਼ਮੀ ਵਸਤਰ ਦੁਸ਼ਾਲੇ ਜਿਹੜੇ ਉਹ ਪਾਏ ਗਏ ਹਨ। ਸੰਖ ਬ੍ਰਿੰਦ ਪਰ ਫੂਕ ਬਜਾਏ, ਬਹੁਤ ਵੱਡੇ ਗਿਣਤੀ ਦੇ ਵਿੱਚ ਸੰਖਾਂ ਦੇ ਵਿੱਚ ਹਵਾ ਭਰ ਕੇ ਉਹ ਸੰਖ ਵਜਾਏ ਗਏ। ਸ਼੍ਰੀ ਗੁਰ ਕੀ ਜੈ ਊਚ ਸੁਨਾਏ, ਸਾਰਿਆਂ ਨੇ ਉੱਚੇ ਮਿਲ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਜੈ ਜੈਕਾਰ ਕੀਤੀ ਹੈ। ਚਾਮਰ ਚਾਰੂ ਚਾਰ ਦਿਸ਼ ਫੇਰੇ, ਬੜਾ ਸੋਹਣਾ ਸੁੰਦਰ ਚਵਰ ਗੁਰੂ ਕੇ ਸਿੱਖ ਲੈ ਕੇ ਚਾਰ ਛੁਪੇਰੇ ਗੁਰੂ ਸਾਹਿਬ ਜੀ ਦੇ ਸਰੀਰ ਦੇ ਉੱਪਰ ਚਲਾਉਂਦੇ ਹਨ। ਫੂਲ ਮਾਲ ਲਰਕਾਏ ਕਨੇਰੇ, ਜਿਹੜਾ ਬਿਬਾਨ ਤਿਆਰ ਕੀਤਾ ਗਿਆ, ਉਹ ਬਿਬਾਨ ਦੇ ਨਾਲ ਬੜੀਆਂ ਸੋਹਣੀਆਂ ਸੁੰਦਰ ਫੁੱਲਾਂ ਦੀਆਂ ਮਲਾਵਾਂ ਜਿਹੜੀਆਂ ਨੇ ਉਹ ਲਟਕਾਈਆਂ ਗਈਆਂ। ਚੰਦਨ ਚਰਚੇ ਧੂਪ ਤੁਖਾਵੇ, ਚੰਦਨ ਦਾ ਛਿੜਕਾਅ ਕੀਤਾ ਗਿਆ, ਬੜੇ ਸੁਗੰਧੀ ਵਾਲੀਆਂ ਧੂਪਾਂ ਜਿਹੜੀਆਂ ਉਹ ਤੁਖਾਈਆਂ ਗਈਆਂ। ਕਰ ਜੋਰੇ ਉਰ ਪ੍ਰੇਮ ਵਧਾਵੇ, ਦੋਵੇਂ ਹੱਥ ਜੋੜ ਕੇ ਹਿਰਦਿਆਂ ਦੇ ਅੰਦਰ ਪ੍ਰੇਮ ਵਧਾ ਕੇ ਇਸ ਪ੍ਰਕਾਰ ਗੁਰੂ ਕੇ ਸਿੱਖ ਸੇਵਾ ਕਰਦੇ ਹਨ। ਸਨੇ ਸਨੇ ਚੰਦੂ ਖਲ ਨਿੰਦੇ, ਤੇ ਹੌਲੇ ਹੌਲੇ ਮਿਲ ਕੇ ਜਿਹੜੇ ਗੁਰੂ ਕੇ ਸਿੱਖ ਨੇ ਉਹ ਚੰਦੂ ਪਾਪੇ ਦੀ ਨਿੰਦਿਆ ਕਰਦੇ, ਚੰਦੂ ਨੂੰ ਲਾਹਣਤਾਂ ਪਾਉਂਦੇ ਹਨ। ਗੁਰ ਹਤਿਆਰਾ ਦੋਖੀ ਬਿੰਦੇ, ਇਹ ਗੁਰੂ ਸਾਹਿਬ ਜੀ ਦਾ ਹਥਿਆਰ ਹੈ, ਇਹ ਗੁਰੂ ਸਾਹਿਬ ਦਾ ਵੱਡਾ ਦੋਖੀ ਹੈ ਚੰਦੂ ਪਾਪੇ, ਜਿਹਦੇ ਕਾਰਨ ਗੁਰੂ ਸਾਹਿਬ ਜੀ ਨੇ ਨੂੰ ਸਜ਼ਾਵਾ ਦੇ ਕੇ ਨੇ ਹੱਤਿਆ ਕੀਤੀ ਹੈ। ਵੱਡਾ ਦੋਸ਼ ਇਹਦੇ ਸਿਰ ਤੇ ਲੱਗਿਆ ਹੈ। ਦਰਬ ਗੁਰੂ ਪਰ ਅਗਰ ਬਗਾਵੇ, ਇਸ ਪ੍ਰਕਾਰ ਦੇ ਨਾਲ ਗੁਰੂ ਸਾਹਿਬ ਜੀ ਦਾ ਸੋਹਣਾ ਸੁੰਦਰ ਬਿਬਾਨ ਤਿਆਰ ਕੀਤਾ, ਬਹੁਤ ਕੀਮਤੀ ਦੁਸ਼ਾਲੇ ਪਾਏ ਗਏ। ਸੋਹਣੇ ਸੁੰਦਰ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਰੀਰ ਨੂੰ ਬਿਬਾਨ ਵਿੱਚ ਟਿਕਾਇਆ ਗਿਆ। ਤੇ ਸਤਿਗੁਰੂ ਪਾਤਸ਼ਾਹ ਜੀ ਦਾ ਜਦੋਂ ਬਿਬਾਨ ਜਾ ਰਿਹਾ ਹੈ, ਸਿੱਖ ਸੰਗਤਾਂ ਅੱਗੇ ਅੱਗੇ ਮਾਇਆ ਦੀ ਵਰਖਾ ਕਰਦੀਆਂ ਹਨ। ਲੋਕ ਹਜ਼ਾਰਾਂ ਬੀਨਤ ਜਾਵੇ, ਜਿਹੜੇ ਗਰੀਬ ਸਨ ਵਿਚਾਰੇ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗਰੀਬ ਲੋਕ, ਉਹ ਅੱਗੋਂ ਆ ਕੇ ਉਹ ਧਨ ਜਿਹੜਾ ਉਹਨੂੰ ਚੁੱਕਦੇ ਹਨ। ਕੇਤਕ ਜਪ ਜੀ ਪਾਠ ਪਠੰਤੇ, ਕਈ ਗੁਰੂ ਕੀਆਂ ਸਿੱਖ ਸੰਗਤਾਂ ਮਿਲ ਕੇ ਜਪ ਜੀ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਪਾਠ ਕਰ ਰਹੀਆਂ ਹਨ। ਕੇਤਕ ਗੁਰੂ ਗੁਰੂ ਸਿਮਰੰਤੇ, ਤੇ ਕਈ ਵਾਹਿਗੁਰੂ 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 ਦਾ ਜਾਪ ਕਰਦੇ ਜਾ ਰਹੇ ਹਨ।
ਕਿਤਕ ਸਵਾਸ ਲੈ ਸ਼ੋਕ ਤੇ ਵਧਾਵੇਂ ਕਈ ਹੌਕਾ ਲੈ ਕੇ ਲੰਬੇ ਸਾਹ ਲੈ ਕੇ ਹਿਰਦੇ ਦੇ ਅੰਦਰ ਸ਼ੋਕ ਵਧਾਉਂਦੇ ਨੇ। ਉਹ ਜਾਣ ਦੀ ਜਿਹੜੀ ਪੀੜਾ ਡਾਢਾ ਦੁੱਖ ਹੈ ਵਿਛੋੜੇ ਦਾ ਉਹਨੂੰ ਮਹਿਸੂਸ ਕਰਦੇ ਹਨ। ਕਿਤਕ ਸਰਾਹੇ ਸ਼ੀਲ ਸੁਹਾਵੇਂ ਤੇ ਕਈ ਮਿਲ ਕੇ ਗੁਰੂ ਸਾਹਿਬ ਜੀ ਦੀ ਉਪਮਾ ਕਰਦੇ ਕਿ ਸਤਿਗੁਰੂ ਪਾਤਸ਼ਾਹ ਜੀ ਬੜੇ ਸ਼ੋਭਨੀਕ ਸੀਲ ਬੜੇ ਸੁਭਾਅ ਦੇ ਸ਼ਾਂਤ ਸੁਭਾਅ ਦੇ ਮਾਲਕ ਸਨ। ਕਿਤਕ ਨਿਕਾਰਤ ਖਲ ਕੋ ਗਾਰੀ ਤੇ ਕਈ ਜਿਹੜੇ ਚੰਦੂ ਪਾਪੀ ਨੂੰ ਮੂਰਖ ਨੂੰ ਗਾਲਾਂ ਕੱਢਦੇ ਇਹਨੂੰ ਮਾੜਾ ਚੰਗਾ ਵੀ ਬੋਲ ਰਹੇ ਚੰਦੂ ਪਾਪੀ ਨੂੰ ਲਾਹਨਤਾਂ ਪਾਉਂਦੇ ਜਾ ਰਹੇ ਹਨ। ਤੁਰਕ ਰਾਜ ਕੀ ਜਰਾਂ ਉਖਾਰੀ ਕਹਿਣ ਲੱਗੇ ਚੰਦੂ ਪਾਪੀ ਨੇ ਵੱਡਾ ਪਾਪ ਕਰਕੇ ਤੁਰਕ ਰਾਜ ਦੀਆਂ ਜੜ੍ਹਾਂ ਉਖਾੜ ਦਿੱਤੀਆਂ ਨੇ। ਇਹ ਤੁਰਕ ਰਾਜ ਦੀਆਂ ਜੜ੍ਹਾਂ ਪੁੱਟੀਆਂ ਗਈਆਂ ਹਨ। ਗੁਰੂ ਸਾਹਿਬ ਜੀ ਨੂੰ ਇਸ ਪ੍ਰਕਾਰ ਦੇ ਨਾਲ ਜਿਹੜੇ ਦੁੱਖ ਦੇਣਾ ਕੀਤੇ ਇਹ ਤੁਰਕ ਰਾਜ ਦੀਆਂ ਮਨ ਨੂੰ ਜੜ੍ਹਾਂ ਹਿੱਲ ਗਈਆਂ ਹਨ। ਲੈ ਰਾਵੀ ਕੇ ਗਏ ਪ੍ਰਵਾਹੂ ਤੇ ਜਿੱਥੇ ਰਾਵੀ ਨਦੀ ਦਾ ਤੇਜ਼ ਪ੍ਰਵਾਹ ਸੀ ਉਹ ਜਲ ਦੇ ਪ੍ਰਵਾਹ ਦੇ ਕੋਲ ਸਤਿਗੁਰੂ ਪਾਤਸ਼ਾਹ ਜੀ ਦੇ ਬਿਬਾਨ ਨੂੰ ਲੈ ਕਰਕੇ ਗਏ। ਜੈ ਜਲ ਚਲਤ ਕਲਤ ਬਲ ਮਾਉ ਜਿੱਥੇ ਬੜਾ ਸੁੰਦਰ ਨਿਰਮਲ ਜਲ ਤੇਜ਼ ਪ੍ਰਵਾਹ ਵਹਿ ਰਿਹਾ ਸੀ। ਵਿਦਿਆ ਜੇਠਾ ਲੰਗਾਹਾ ਪਿਰਾਣਾ ਤੇ ਭਾਈ ਜੇਠਾ ਜੀ ਭਾਈ ਪ੍ਰਾਣਾ ਜੀ ਭਾਈ ਲੰਗਾ ਆਦਿਕ ਜਿਹੜੇ ਸਨ ਇਹਨਾਂ ਸਾਰਿਆਂ ਨੇ ਲੰਗਾ ਜੀ ਆਦਿਕ ਸਾਰਿਆਂ ਨੇ ਮਿਲ ਕਰਕੇ ਇਨਸਨ ਜਿਸ ਬਿਦ ਅੰਤ ਵਖਾਣਾ ਤੇ ਜਿਵੇਂ ਅੰਤ ਸਮੇਂ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕੀਤੇ ਸਨ ਸੱਚਖੰਡ ਪਿਆਨਾ ਕਰਨ ਸਮੇਂ ਜਿਵੇਂ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਸਾਡੇ ਸਰੀਰ ਦਾ ਦਾਹ ਨਹੀਂ ਕਰਨਾ ਜਲ ਪ੍ਰਵਾਹ ਕਰ ਦੇਣਾ ਉਹ ਅੰਤ ਸਮੇਂ ਕਹੇ ਹੋਏ ਬਚਨਾਂ ਦੇ ਮੁਤਾਬਕ ਤਿਸ ਬਿਦ ਕਰਤ ਬੇਗ ਮੈਂ ਗਏ ਇਸ ਪ੍ਰਕਾਰ ਦੇ ਨਾਲ ਉਹ ਬਚਨਾਂ ਦੇ ਪਹਿਰਾ ਦਿੰਦਿਆਂ ਹੋਇਆਂ ਜਿੱਥੇ ਤੇਜ਼ ਜਲ ਦਾ ਪ੍ਰਵਾਹ ਸੀ ਉਹ ਤੇਜ਼ ਵਹਿਣ ਦੇ ਵਿੱਚ ਇਹ ਪੰਜੇ ਸਿੱਖ ਵੜੇ ਹਨ। ਕੰਧ ਬਿਮਾਨ ਉਤਾਰਤ ਪਏ ਤੇ ਮੋਢਿਆਂ ਤੇ ਜਿਹੜਾ ਗੁਰੂ ਸਾਹਿਬ ਜੀ ਦਾ ਬਿਬਾਨ ਚੁੱਕਿਆ ਹੋਇਆ ਸੀ ਉਹ ਬਿਬਾਨ ਜਿਹੜਾ ਸੀ ਉਹ ਮੋਢਿਆਂ ਤੋਂ ਉਹ ਡੂੰਘੇ ਜਲ ਦੇ ਪ੍ਰਵਾਹ ਦੇ ਵਿੱਚ ਟਿਕਾ ਦਿੱਤਾ। ਜਲ ਮੈਂ ਸਥਿਤ ਜਬ ਕਰ ਦੀਨ ਮੋਢਿਆਂ ਤੋਂ ਉਤਾਰ ਕੇ ਜਦੋਂ ਗੁਰੂ ਸਾਹਿਬ ਜੀ ਦਾ ਸਰੀਰ ਜਲ ਦੇ ਵਿੱਚ ਜਿਹੜਾ ਉਹ ਟਿਕਾ ਦਿੱਤਾ ਹੈ। ਜਲ ਪਤ ਬਰਨ ਆਏ ਤਬ ਲੀਨ ਤੇ ਜਲ ਦਾ ਦੇਵਤਾ ਵਰਨ ਉਹ ਆਪ ਗੁਰੂ ਸਾਹਿਬ ਜੀ ਨੂੰ ਲੈਣ ਵਾਸਤੇ ਚੱਲ ਕੇ ਆਇਆ। ਸਭ ਬਿਦ ਸੋ ਪੂਜਨ ਕਰ ਆਛੇ ਇਸ ਪ੍ਰਕਾਰ ਦੇ ਨਾਲ ਚੰਗੇ ਤਰ੍ਹਾਂ ਸਾਰਿਆਂ ਨੇ ਮਿਲ ਕੇ ਪੂਜਾ ਕੀਤੀ ਹੈ। ਜਲ ਸਰੂਪ ਕਰ ਦੀਨਸ ਪਾਛੇ ਤੇ ਜਿਹੜਾ ਸਰੂਪ ਸੀ ਸਰੀਰ ਸੀ ਸਤਿਗੁਰੂ ਪਾਤਸ਼ਾਹ ਜੀ ਦਾ ਉਹ ਜਲ ਦੇ ਵਿੱਚ ਪ੍ਰਵਾਹ ਕਰ ਦਿੱਤਾ। ਉਹ ਵਰਨ ਦੇਵਤਾ ਆਪ ਲੈਣ ਵਾਸਤੇ ਆਇਆ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੇ ਸੰਪੂਰਨ ਥੀਆ ਰਾਮ। ਉਹ ਜਿਹੜਾ ਸਰੂਪ ਸੀ ਸਤਿਗੁਰੂ ਪਾਤਸ਼ਾਹ ਜੀ ਦਾ ਸਰੀਰ ਸੀ ਉਹ ਜਲ ਦੇ ਵਿੱਚ ਸਮਾ ਗਿਆ ਜਲ ਦਾ ਰੂਪ ਹੋ ਗਿਆ। ਨਿਕਸੇ ਸਿੱਖ ਸਲਤਾ ਤੇ ਬਾਹਰ ਤੇ ਜਿਹੜੇ ਪੰਜੇ ਸਿੱਖ ਸਨ ਇਹ ਰਾਵੀ ਨਦੀ ਦੇ ਵਿੱਚੋਂ ਬਾਹਰ ਆਏ। ਸਿੱਖ ਸੈਂਕੜੇ ਹੀਰੇ ਜਾਹਰ ਇਹ ਹਜ਼ਾਰਾਂ ਹੀ ਸਿੱਖ ਜਿਹੜੇ ਸਨ ਉਹ ਜ਼ਾਹਰ ਪ੍ਰਤੱਖ ਰੂਪ ਦੇ ਵਿੱਚ ਇਹ ਸਾਰਾ ਜਿਹੜਾ ਕੁਝ ਵੇਖ ਰਹੇ ਸਨ। ਨਹੀਂ ਬੋਰ ਕੁਛ ਦਈ ਦਿਖਾਈ ਤੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਦੇ ਸਰੀਰ ਨੂੰ ਪਾਵਨ ਸਰੀਰ ਨੂੰ ਜਲ ਵਿੱਚ ਟਿਕਾਇਆ ਤੇ ਜਦੋਂ ਹੀ ਜਲ ਵਿੱਚ ਟਿਕਾਇਆ ਤੇ ਸਤਿਗੁਰੂ ਪਾਤਸ਼ਾਹ ਜੀ ਦਾ ਸਰੀਰ ਜਲ ਦਾ ਵਿੱਚ ਜਲ ਰੂਪ ਹੋ ਗਿਆ। ਉਸ ਤੋਂ ਬਾਅਦ ਕੁਝ ਵੀ ਦਿਖਾਈ ਨਹੀਂ ਦਿੱਤਾ। ਜਲ ਸਰੂਪ ਤਨ ਵੈ ਸੁਖਦਾਈ ਇਸ ਪ੍ਰਕਾਰ ਦੇ ਨਾਲ ਸੁਖਦਾਈ ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਸਰੀਰ ਜਾਂ ਸਰੂਪ ਜਿਹੜਾ ਉਹ ਜਲ ਦੇ ਸਮਾਨ ਜਲ ਦੇ ਸਮਾਨ ਹੀ ਹੋ ਗਿਆ ਜਲ ਨਾਲ ਮਿਲ ਗਿਆ। ਬਿਸਮਤ ਪਏ ਬਿਲੋਕ ਨਿਆਰੇ ਜਿੰਨੇ ਵੀ ਸਿੱਖ ਸੰਗਤਾਂ ਖੜੀਆਂ ਸਨ ਹਜ਼ਾਰਾਂ ਦੇ ਗਿਣਤੀ ਵਿੱਚ ਸਾਰਾ ਕੁਝ ਵੇਖ ਰਹੇ ਨੇ। ਇਹ ਵੇਖ ਕਰਕੇ ਵੇਖਣ ਵਾਲੇ ਬੜੇ ਹੈਰਾਨ ਹੋਏ। ਸਭ ਸੋ ਜੇਠੇ ਬਾਕੀ ਉਚਾਰੇ ਸਾਰਿਆਂ ਨੂੰ ਵੇਖ ਕਰਕੇ ਬਾਬਾ ਜੇਠਾ ਜੀ ਬੋਲੇ ਕਹਿਣ ਲੱਗੇ ਅੰਤ ਸਮੇਂ ਗੁਰ ਗਏ ਬਤਾਏ ਅੰਤ ਸਮੇਂ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕੀਤੇ ਸਨ। ਅੰਤ ਸਮੇਂ ਜਾਣ ਸਮਿਆਂ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਇਹ ਤਾਕੀਦ ਕਰਕੇ ਗਏ ਸਨ। ਜਲ ਪ੍ਰਵਾਹ ਮੋ ਦੇਉ ਟਿਕਾਏ ਤੇ ਸਾਨੂੰ ਜਿਹੜਾ ਸਾਡਾ ਸਰੀਰ ਹੈ
ਜਦੋਂ ਅਸੀਂ ਸਰੀਰ ਦਾ ਤਿਆਗ ਕਰ ਦਈਏ ਸੱਚਖੰਡ ਪਿਆਨਾ ਕਰਨ ਤੋਂ ਬਾਅਦ ਸਾਡੇ ਸਰੀਰ ਨੂੰ ਤੁਸੀਂ ਜਲ ਦੇ ਵਿੱਚ ਟਿਕਾ ਦੇਣਾ ਹੈ। ਨਰ ਨਾਰਨ ਕੀ ਭੀਰ ਉਦਾਰ, ਤੇ ਜਿਹੜੇ ਬੜੇ ਵੱਡੇ ਗਿਣਤੀ ਦੇ ਵਿੱਚ ਨਰ ਨਾਰੇ ਉੱਥੇ ਜੁੜੇ, ਵੱਡੀ ਭੀੜ ਜੁੜੀ, ਸਾਰਾ ਵੇਖ ਕੇ ਬੜੇ ਹੈਰਾਨ ਹਨ। ਹਟ ਆਏ ਪੁਨ ਨਗਰ ਮਝਾਰ, ਸਾਰੇ ਉੱਥੋਂ ਚੱਲ ਕਰਕੇ ਵਾਪਸ ਆਪਣੇ ਨਗਰ ਦੇ ਵਿੱਚ ਆਏ ਹਨ। ਧਰਮਸ਼ਾਲਾ ਥਿਤ ਭੇ ਸਮੁਦਾਈ, ਜਿੱਥੇ ਧਰਮਸ਼ਾਲ ਸੀ, ਧਰਮਸ਼ਾਲਾ ਦੇ ਵਿੱਚ ਆ ਕੇ ਸਾਰੀਆਂ ਸਿੱਖ ਸੰਗਤਾਂ ਉੱਥੇ ਇਕੱਤਰ ਹੋਈਆਂ, ਜੁੜੀਆਂ ਹਨ। ਰੁਦਤ ਬਿਲੋਚਨ ਅਸ਼ਰੂ ਬਾਈ, ਮਨ ਅੰਦਰ ਭਾਰੀ ਵੈਰਾਗ ਹੈ, ਆਪ ਮੁਹਾਰੇ ਨੇਤਰਾਂ ਦੇ ਵਿੱਚੋਂ ਸਾਰਿਆਂ ਦੇ ਜਲ ਵਹਿ ਰਿਹਾ ਹੈ। ਵਿਛੋੜੇ ਦਾ ਜਿਹੜਾ ਡਾਢਾ ਦੁੱਖ ਉਹ ਸਾਰੇ ਮਹਿਸੂਸ ਕਰ ਰਹੇ, ਧਰਮਸ਼ਾਲਾ ਦੇ ਅੰਦਰ ਜੁੜੇ ਹਨ। ਸਾਥ ਰਬਾਬੀ ਲੀਏ ਦੁਤਾਰਾ, ਤੇ ਉਹ ਜਿਹੜਾ ਰਬਾਬੀ ਸੀ ਉਹ ਵੀ ਨਾਲ ਹੀ ਚੱਲ ਕੇ ਆਇਆ, ਜਿਹਦੇ ਹੱਥ ਦੇ ਵਿੱਚ ਦੋ ਤਾਰਾ ਜਿਹੜਾ ਸਾਜ਼ ਉਹਨੇ ਫੜਿਆ ਹੋਇਆ। ਅੱਜ ਵੀ ਆਪਾਂ ਵੇਖਦੇ ਹਾਂ ਸਾਰੀ ਮਰਿਆਦਾ ਗੁਰੂ ਸਾਹਿਬ ਜੀ ਨੇ ਆਪ ਕਾਇਮ ਕੀਤੀ। ਅੱਜ ਵੀ ਸਿੱਖ ਜਗਤ ਦੇ ਅੰਦਰ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰਦਾ ਹੈ ਉਹਦਾ ਸੰਸਕਾਰ ਕਰਨ ਸਮੇਂ ਜਪਜੀ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਪਾਠ, ਸੁਹਿਲਾ ਬਾਣੀ ਦਾ ਪਾਠ ਕਰਕੇ ਅਰਦਾਸ, ਫਿਰ ਗੁਰੂ ਘਰ ਦੇ ਵਿੱਚ ਸਿੱਖ ਸੰਗਤਾਂ ਜੁੜਦੀਆਂ ਤੇ ਅਲਾਣੀਆਂ ਦੀ ਪਵਿੱਤਰ ਬਾਣੀ ਦਾ ਪਾਠ ਕਰਕੇ ਅਰਦਾਸ ਕੀਤੀ ਜਾਂਦੀ ਹੈ। ਉਸੇ ਤਰ੍ਹਾਂ ਸਿੱਖ ਸੰਗਤਾਂ ਧਰਮਸ਼ਾਲਾ ਦੇ ਅੰਦਰ ਜੁੜੀਆਂ। ਇਹ ਰਬਾਬੀ ਜਿਹਦੇ ਹੱਥ ਦੇ ਵਿੱਚ ਦੋ ਤਾਰਾ ਸਾਜ਼ ਹੈ। ਕੀਰਤਨ ਸਭ ਕੇ ਅਗਰੇ ਉਚਾਰਾ, ਸਾਧ ਤੇ ਸਾਰੀਆਂ ਸਿੱਖ ਸੰਗਤਾਂ ਦੇ ਸਨਮੁਖ ਬੈਠ ਕਰਕੇ ਇਸ ਰਬਾਬੀ ਨੇ ਉਹ ਦੋ ਤਾਰੇ ਸਾਜ਼ ਦੇ ਨਾਲ ਅੰਮ੍ਰਿਤਮਈ ਬਾਣੀ, ਪਵਿੱਤਰ ਬਾਣੀ ਦਾ ਗਾਇਨ ਕੀਤਾ, ਕੀਰਤਨ ਸਰਵਨ ਕਰਵਾਇਆ ਹੈ। ਦਰਬਾਦਿਕ ਵਸਤੂ ਗਨ ਸੰਗਤ, ਦੁਨੀਆ ਵਿੱਚ ਸਿੱਖ ਸੰਗਤਾਂ ਜੁੜੀਆਂ ਸਨ। ਸਾਰੀਆਂ ਸਿੱਖ ਸੰਗਤਾਂ ਨੇ ਉਸ ਰਬਾਬੀ ਨੂੰ ਬਹੁਤ ਸਾਰਾ ਧਨ, ਹੋਰ ਬਹੁਤ ਸਾਰੀਆਂ ਵਸਤੂਆਂ ਜਿਹੜੀਆਂ ਉਹ ਭੇਟ ਕੀਤੀਆਂ ਹਨ। ਦਿਓ ਬਹੁਤ ਪੁਨ ਰਿਓ ਨ ਮੰਗਤ, ਇੰਨਾ ਕੁ ਧਨ ਦੇ ਦਿੱਤਾ, ਇੰਨੀਆਂ ਅਨੇਕ ਪ੍ਰਕਾਰ ਦੀਆਂ ਵਸਤੂਆਂ ਦੇ ਦਿੱਤੀਆਂ ਕਿ ਉਸ ਰਬਾਬੀ ਨੂੰ ਮੰਗਣ ਦੀ ਲੋੜ ਨਹੀਂ ਪਈ। ਉਸ ਰਬਾਬੀ ਨੂੰ ਕੁਝ ਵੀ ਮੰਗਣ ਦੀ ਲੋੜ ਨਹੀਂ ਪਈ। ਸਿੱਖ ਸੰਗਤਾਂ ਨੇ ਬੇਅੰਤ ਧਨ ਦਿੱਤਾ, ਬੇਅੰਤ ਪ੍ਰਕਾਰ ਦੀਆਂ ਵਸਤੂਆਂ ਅਰਪਣ ਕੀਤੀਆਂ ਹਨ। ਤਿਸ ਦਿਨ ਰਹਿਤ ਪਏ ਧਰਮਸ਼ਾਲਾ, ਉਸ ਦਿਨ ਜਿਹੜੀਆਂ ਬਾਕੀ ਸਿੱਖ ਸੰਗਤਾਂ ਵਾਪਸ ਘਰਾਂ ਨੂੰ ਗਈਆਂ, ਕੁਝ ਸਿੱਖ ਸੰਗਤਾਂ ਤੇ ਪੰਜੇ ਗੁਰੂ ਕੇ ਸਿੱਖ ਇਹ ਧਰਮਸ਼ਾਲਾ ਦੇ ਵਿੱਚ ਰੁਕੇ ਹਨ ਰਾਤ ਬਤੀਤ ਕਰਨ ਦੇ ਲਈ। ਪੰਚੋਂ ਸਿੱਖਨ ਸ਼ੋਕ ਬਿਸਾਲਾ, ਪੰਜੇ ਸਿੱਖ ਬੜੇ ਸ਼ੋਕ ਵਿੱਚ ਹਨ ਸਤਿਗੁਰੂ ਪਾਤਸ਼ਾਹ ਜੀ ਦੇ ਜਾਣ ਦੇ ਕਾਰਨ ਕਿ ਜਦੋਂ ਹਰ ਰੋਜ਼ ਗੁਰੂ ਸਾਹਿਬ ਜੀ ਦੇ ਪਾਵਨ ਸੁੰਦਰ ਦਰਸ਼ਨ ਕਰਨੇ, ਦਰਸ਼ਨ ਕਰਕੇ ਹਿਰਦੇ ਨੂੰ ਸ਼ਾਂਤੀ ਮਿਲਣੀ, ਦਰਸ਼ਨ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਤੇ ਹੁਣ ਸਤਿਗੁਰੂ ਪਾਤਸ਼ਾਹ ਜੀ ਦੇ ਜਾਣ ਦਾ ਜਿਹੜਾ ਉਹ ਗਮ ਹੈ, ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਵਿਛੋੜਾ ਪੈ ਜਾਣ ਦਾ ਡਾਢਾ ਦੁੱਖ ਹੈ। ਇਸ ਦਿਨ ਕਿਨੋ ਨ ਭੋਜਨ ਕੀਨ, ਹੁਣ ਕਿਸੇ ਦਾ ਵੀ ਭੋਜਨ ਕਰਨ ਨੂੰ ਮਨ ਨਹੀਂ ਕੀਤਾ, ਕਿਉਂਕਿ ਪਿਆਰੇ ਪ੍ਰੀਤਮ ਦੇ ਦਰਸ਼ਨ ਜਿਹੜੇ ਨੇ ਉਹਨਾਂ ਤੋਂ ਵਾਂਝੇ ਹੋ ਗਏ। ਹੁਣ ਭੋਜਨ ਚੰਗਾ ਨਹੀਂ ਲੱਗਦਾ। ਉਸ ਰਾਤ ਨੂੰ ਕਿਸੇ ਨੇ ਵੀ ਭੋਜਨ ਨਹੀਂ ਛਕਿਆ। ਮੁਰਝਾਵਤ ਬੈਠੇ ਮਨ ਦੀਨ, ਬੜੇ ਦੀਨ ਹੋ ਕੇ ਮਨਾਂ ਸਾਰਿਆਂ ਦੇ ਜਿਹੜੇ ਚਿਹਰੇ ਉਹ ਮੁਰਝਾਏ ਹੋਏ ਨੇ, ਮੁਰਝਾਏ ਹੋਏ ਚਿਹਰਿਆਂ ਦੇ ਨਾਲ ਜਿਹੜੇ ਸਾਰੇ ਬੜੇ ਵਿਆਕੁਲ ਹੋਏ ਬੈਠੇ ਹਨ। ਬਿਨਾ ਮਈ ਪਾਲ ਚਮੂ ਜਿਮ ਦੀਨਾ, ਮਾਨੋ ਜਿਵੇਂ ਬਾਦਸ਼ਾਹ ਤੋਂ ਬਿਨਾ ਫੌਜ ਹੋਵੇ, ਬਾਦਸ਼ਾਹ ਤੋਂ ਬਿਨਾ, ਕਿਉਂਕਿ ਅਗਵਾਈ ਕਰਨ ਵਾਲਾ ਜਦੋਂ ਕੋਈ ਨਹੀਂ ਤੇ ਫੌਜ ਦੀ ਹਾਲਤ ਕੀ ਹੁੰਦੀ ਆਪਾਂ ਸਾਰੇ ਜਾਣਦੇ ਹਾਂ। ਦੂਲੋ ਬਿਨ ਬਰਾਤ ਜਿਮ ਹੀਨਾ, ਤੇ ਦੂਲੇ ਤੋਂ ਬਿਨਾ ਜਿਵੇਂ ਬਰਾਤ ਖਾਲੀ ਹੈ, ਬਰਾਤ ਸਖਣੀ ਹੈ, ਦੂਲੇ ਤੋਂ ਬਿਨਾ ਜਿਵੇਂ ਬਰਾਤ ਹੈ। ਜਥਾ ਜਾਮਨੀ ਚੰਦ ਬਹੀਨਾ, ਤੇ ਜਿਵੇਂ ਰਾਤ ਚੰਦਰਮਾ ਤੋਂ ਬਿਨਾ ਚੰਗੇ ਨਹੀਂ, ਸੁਹਾਂਦੀ ਨਹੀਂ, ਚੰਦਰਮਾ ਤੋਂ ਬਿਨਾ ਜਿਵੇਂ ਰਾਤ ਸ਼ੋਭਦੀ ਨਹੀਂ ਹੈ। ਗੁਰ ਬਿਨ ਸੰਗਤ ਤਥਾ ਮਲੀਨਾ, ਉਸੇ ਤਰ੍ਹਾਂ ਗੁਰੂ ਤੋਂ ਬਿਨਾ ਗੁਰੂ ਕੀਆਂ ਸੰਗਤਾਂ ਉਦਾਸ ਹਨ। ਸਾਰਿਆਂ ਦੇ ਮਨ ਉਦਾਸੀ ਦੇ ਆਲਮ ਵਿੱਚ ਨੇ, ਸਾਰੇ ਬਹੁਤ ਉਦਾਸੀ ਦੇ ਵਿੱਚ ਹਨ। ਬਿਨਾ ਨਰੇਸ਼ਰ ਪਰਜਾ ਦੁਖਾਰੀ, ਤੇ ਜਿਵੇਂ ਬਿਨਾ ਰਾਜੇ ਤੋਂ ਪਰਜਾ ਬੜੀ ਦੁਖੀ ਹੁੰਦੀ ਹੈ, ਪਰਜਾ ਦੀ ਕੋਈ ਸਾਰ ਲੈਣ ਵਾਲਾ ਨਾ ਹੋਵੇ, ਰਾਜੇ ਤੋਂ ਬਿਨਾ ਜਿਵੇਂ ਪਰਜਾ ਦੁਖੀ ਹੁੰਦੀ ਹੈ। ਪਤੀ ਬਹੀਨ ਜਿਮ ਪਤ ਬ੍ਰਤ ਨਾਰੀ, ਪਤੀ ਬ੍ਰਤ ਜਿਹੜੀ ਨਾਰੀ ਹੈ ਉਹ ਪਤੀ ਦੇ ਵਿਛੋੜੇ ਤੋਂ ਬਿਨਾ ਜਿਹੜੀ ਆ ਬਹੁਤ ਭਾਰੀ ਦੁੱਖ ਸਹਿਣ ਕਰਦੀ ਹੈ। ਜਿਮ ਜਨ ਗ੍ਰਾਮ ਪੈਂਚ ਬਿਨ ਦੀਨਾ, ਜਿਵੇਂ ਕੋਈ ਨਗਰ ਹੋਵੇ ਤੇ ਗੁਰੂ ਨਗਰ ਦਾ ਜਿਹੜਾ ਸਰਪੰਚ ਜਾਂ ਮੁਖੀ ਹੈ ਉਹ ਨਾ ਹੋਵੇ
ਤੇ ਸਰਪੰਚ ਤੇ ਮੁਖੀਏ ਤੋਂ ਬਿਨਾਂ ਜਿਹੜੇ ਨਗਰ ਦੇ ਲੋਕ ਨੇ ਉਹ ਦੁਖੀ ਹੁੰਦੇ ਹਨ। ਗੁਰ ਬਿਨ ਸੰਗਤ ਤਥਾ ਮਲੀਨਾ। ਉਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਤੋਂ ਬਿਨਾਂ ਗੁਰੂ ਕੀ ਸੰਗਤ ਵੀ ਉਦਾਸ ਹੈ। ਕਿਸੇ ਦੇ ਮਨ ਨੂੰ ਧੀਰਜ ਨਹੀਂ ਆਉਂਦਾ, ਸਾਰਿਆਂ ਦੇ ਮਨਾਂ ਅੰਦਰ ਉਦਾਸੀ ਹੈ। ਸਰਬ ਜਾਮਨੀ ਸੋਚਿਤ ਬੀਤੀ। ਸਾਰੀ ਰਾਤ ਜਿਹੜੀ ਹੈ ਇਸ ਤਰ੍ਹਾਂ ਸੋਚ ਵਿਚਾਰ ਕਰਦਿਆਂ ਵਿਚਾਰਾਂ ਦੇ ਵਿੱਚ ਸੋਚਾਂ ਦੇ ਵਿੱਚ ਪਿਆ ਉਹ ਬਤੀਤ ਹੋਈ। ਚਿਤਵਤ ਸ਼੍ਰੀ ਅਰਜਨ ਪਦ ਪ੍ਰੀਤੀ। ਸਤਿਗੁਰੂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜਿਹੜੀ ਪ੍ਰੀਤ ਹੈ ਉਹਦੇ ਬਾਬਤ ਸਾਰੀ ਰਾਤ ਸੋਚਦਿਆਂ ਹੋਇਆਂ ਲੰਘ ਗਈ ਹੈ। ਅਸ਼ਟ ਜਾਮ ਜੇ ਦਰਸ ਤਰਏ। ਕਿਉਂਕਿ ਅੱਠੇ ਪੈਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ, ਗੁਰੂ ਕੇ ਸਿੱਖ ਗੁਰੂ ਕੀ ਸੇਵਾ ਵਿੱਚ ਹਾਜ਼ਰ ਰਹਿੰਦੇ, ਹਰ ਵੇਲੇ ਗੁਰੂ ਸਾਹਿਬ ਦੇ ਦਰਸ਼ਨ ਪਰਸਦੇ ਰਹਿੰਦੇ ਤੇ ਉਹਨਾਂ ਦਰਸ਼ਨਾਂ ਤੋਂ ਵਾਂਝੇ ਹੋਏ ਹਨ। ਬਿਨਾ ਪਿਖੇ ਸ਼ਾਂਤੀ ਕਿਉਂ ਲਈ। ਤੇ ਹੁਣ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤਿਆਂ ਤੋਂ ਬਿਨਾ ਮਨਾਂ ਨੂੰ ਕਿਵੇਂ ਸ਼ਾਂਤੀ ਆਵੇ। ਜਿਹੜੇ ਸਿੱਖ ਦੇ ਮਨ ਦੀ ਭਾਵਨਾ ਹੈ ਕਿ ਮੈਂ ਆਪਣੇ ਗੁਰੂ ਦੇ ਦੀਦਾਰ ਦਰਸ਼ਨ ਕੀਤਿਆਂ ਬਿਨਾ ਕੁਝ ਖਾਣ ਪਾਣ ਨਹੀਂ ਕਰਨਾ, ਆਪਣੇ ਗੁਰੂ ਦੇ ਦੀਦਾਰ ਕੀਤੇ ਬਿਨਾ ਕੋਈ ਕੰਮਕਾਰ ਸ਼ੁਰੂ ਨਹੀਂ ਕਰਨਾ, ਦਿਨ ਦਾ ਜਿਹੜਾ ਕਾਰ ਵਿਹਾਰ ਹੈ, ਤੇ ਜਿੰਨੀ ਦੇਰ ਤੱਕ ਉਸ ਗੁਰੂ ਕੇ ਪਿਆਰੇ ਨੂੰ ਗੁਰੂ ਦੇ ਦਰਸ਼ਨ ਨਾ ਹੋ ਜਾਣ ਉਹਨੂੰ ਕੁਝ ਵੀ ਚੰਗਾ ਨਹੀਂ ਲੱਗਦਾ। ਜਿੱਥੇ ਗੁਰੂ ਕੇ ਸਿੱਖਾਂ ਨੇ ਹਰ ਵੇਲੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ, ਹੁਣ ਦਰਸ਼ਨਾਂ ਤੋਂ ਬਿਨਾ ਜਿਹੜਾ ਹੋ ਕਿਵੇਂ ਰਿਹਾ ਜਾ ਸਕਦਾ ਹੈ। ਨੀਠ ਨੀਠ ਅਵਲੋਕ ਪ੍ਰਭਾਤ। ਹੁਣ ਬੜੇ ਔਖੇ ਹੋ ਕੇ ਜਿਹੜੀ ਆ ਰਾਤ ਜਿਹੜੀ ਉਹ ਲੰਘਾ ਰਹੇ ਹਨ। ਸ਼ੋਕ ਅਧਿਕ ਤੇ ਬਿਤੇ ਨਾ ਰਾਤ। ਬੜੀ ਔਖੀ ਰਾਤ ਲੰਘੀ ਹੈ, ਸ਼ੋਕ ਵਿੱਚ ਪਿਆ ਹੋਇਆ, ਬੜਾ ਮਸਾਂ ਜਾ ਕੇ ਕਿਤੇ ਸਵੇਰਾ ਹੁੰਦਾ ਨਜ਼ਰ ਦਿਖਾਈ ਦਿੱਤਾ ਹੈ, ਨਜ਼ਰ ਆਇਆ ਹੈ। ਰਾਵੀ ਮੈਂ ਕਰਕੇ ਇਸ਼ਨਾਨ। ਸਵੇਰਾ ਅੰਮ੍ਰਿਤ ਵੇਲਾ ਹੋਇਆ, ਰਾਤ ਉਹਨੇ ਇਸੇ ਤਰ੍ਹਾਂ ਸੋਚ ਵਿਚਾਰਾਂ ਵਿੱਚ ਪਿਆ ਲੰਘ ਗਈ ਤੇ ਅੰਮ੍ਰਿਤ ਵੇਲਾ ਜਾਣ ਕਰਕੇ ਗੁਰੂ ਕੇ ਸਿੱਖਾਂ ਨੇ ਰਾਵੀ ਦੇ ਜਲ ਦੇ ਨਾਲ ਇਸ਼ਨਾਨ ਕੀਤਾ ਹੈ। ਨਮੋ ਕਰੀ ਸਤਿਗੁਰ ਕੇ ਥਾਨ। ਤੇ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਇਸ ਸਰੀਰ ਦਾ ਤਿਆਗ ਕੀਤਾ ਉਸ ਸਥਾਨ ਤੇ ਜਾ ਕੇ ਨਮਸਕਾਰ ਕੀਤੀ, ਬੰਦਨਾ ਕੀਤੀ ਹੈ। ਸੁਦਾ ਸਰੋਵਰ ਦਿਸ਼ਾ ਸਿਧਾਰੇ। ਇਸ ਪ੍ਰਕਾਰ ਦੇ ਨਾਲ ਇਸ਼ਨਾਨ ਕਰਕੇ ਦੂਸਰਾ ਦਿਨ ਜਾਣ ਕਰਕੇ ਹੁਣ ਸੁਦਾ ਸਰੋਵਰ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਨੂੰ ਨਾ ਸਿੱਖਾਂ ਨੇ ਚਾਲਾ ਪਾਇਆ। ਲਾਹੌਰ ਤੋਂ ਚੱਲ ਕਰਕੇ ਕਿਵੇਂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਕੇ ਮਾਤ ਗੰਗਾ ਜੀ ਅਤੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਸਤਿਗੁਰੂ ਪਾਤਸ਼ਾਹ ਜੀ ਦੇ ਸੱਚਖੰਡ ਪਿਆਨਾ ਕਰਨ ਦੀ ਖਬਰ ਦਿੰਦੇ ਨੇ। ਕਿਵੇਂ ਸਤਿਗੁਰੂ ਪਾਤਸ਼ਾਹ ਜੀ ਗੁਰੂ ਸਾਹਿਬ ਜੀ ਦਾ ਬਚਨ ਮੰਨ ਕਰਕੇ ਸ਼ਸਤਰਧਾਰੀ ਹੋ ਕੇ ਗੁਰਤਾ ਗੱਦੀ ਤੇ ਸੁਭਾਏਮਨ ਹੋਣਗੇ, ਉਹ ਆਪ ਜੀ ਅਗਲੇਰੇ ਪ੍ਰਕਰਨ ਅੰਦਰ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਇੱਥੇ ਹੀ ਪ੍ਰਕਰਨ ਨੂੰ ਸੰਕੋਚਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਦਾ ਮਹਾਨ ਸ੍ਰੇਸ਼ਟ ਸੁਜਸ ਵਰਣਨ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ। ਗੁਰੂ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਭੁੱਲਾਂ ਨਾ ਚਿਤਾਰਨੀਆਂ ਸੀਸ ਬਖਸ਼ਣੀ। ਸਤਿਗੁਰੂ ਪਾਤਸ਼ਾਹ ਅੱਗੇ ਲਈ ਸੁਮਤ ਪ੍ਰਦਾਨ ਕਰਨ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿਠੈ ਸਭ ਦੁਖ ਜਾਏ, ਜਿਸ ਡਿਠੈ ਸਭ ਦੁਖ ਜਾਏ, ਡਿਠੇ ਸਭ ਦੁਖ ਜਾਏ, ਜਿਸ ਡਿਠੇ ਸਭ ਦੁਖ ਜਾਏ, ਜਿਸ ਡਿਠੈ ਸਭ ਦੁਖ ਜਾਏ, ਜਿਸ ਡਿਠੈ ਸਭ ਦੁਖ ਜਾਏ, ਡਿਠੇ ਸਭ ਦੁਖ ਜਾਏ, ਜਿਸ ਡਿਠੇ ਸਭ ਦੁਖ ਜਾਏ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ 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 ਵਾਹਿਗੁਰੂ